ਧੰਨਵਾਦ ਕਰਦੇ ਹਾਂ ਸਰਵ ਸ਼ਕਤੀਮਾਨ ਪਰਮੇਸ਼ਵਰ ਜੀ ਦਾ, ਜਿਨ੍ਹਾਂ ਨੇ ਅੱਜ ਦਾ ਦਿਨ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਬਖਸ਼ ਦਿੱਤਾ। ਹਾਲੇਲੂਇਆ। ਅੱਜ ਆਪਾਂ ਜੋ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਣਾ ਹੈ, ਸਿੱਖਣਾ ਹੈ, ਉਸ ਦਾ ਵਿਸ਼ਾ ਹੈ ਤੌਬਾ। ਹਾਲੇਲੂਇਆ। ਕੀ ਤੁਸੀਂ ਜਾਣਦੇ ਹੋ ਕਿ ਮਸੀਹ ਵਿੱਚ ਆਉਂਦਿਆਂ ਹੋਇਆਂ ਜਾਂ ਆਉਣ ਤੋਂ ਬਾਅਦ ਦੇ ਵਿੱਚ ਸਭ ਤੋਂ ਪਹਿਲਾ ਕਦਮ ਜਿਹੜਾ ਅਸੀਂ ਪੁੱਟਦੇ ਹਾਂ ਉਹਦਾ ਨਾਮ ਹੈ ਤੌਬਾ। ਜਦ ਤੱਕ ਅਸੀਂ ਤੌਬਾ ਨਹੀਂ ਕਰਦੇ, ਅਸੀਂ ਚੰਗੇ ਵਿਸ਼ਵਾਸੀ ਨਹੀਂ ਬਣ ਸਕਦੇ। ਚੇਲੇ ਬਣਨਾ ਬਹੁਤ ਵੱਡੀ ਗੱਲ ਹੈ। ਮਸੀਹ ਦੇ ਚੇਲੇ ਬਣਨਾ ਬਹੁਤ ਵੱਡੀ ਗੱਲ ਹੈ। ਵਿਸ਼ਵਾਸੀ ਜੇਕਰ ਅਸੀਂ ਬਣਨਾ ਹੈ, ਉਸ ਦੇ ਲਈ ਵੀ ਪਹਿਲਾ ਕਦਮ ਜਿਹੜਾ ਹੈ ਉਸ ਦਾ ਨਾਮ ਹੈ ਤੌਬਾ। ਤੌਬਾ ਕਿਸੇ ਮਨੁੱਖ ਦਾ ਨਾਮ ਨਹੀਂ ਹੈ, ਤੌਬਾ ਕਿਸੇ ਵਸਤੂ ਦਾ ਨਾਮ ਨਹੀਂ ਹੈ। ਤੌਬਾ ਦਾ ਮਤਲਬ ਹੈ ਆਪਣੇ ਗੁਨਾਹਾਂ ਨੂੰ ਜਾਣ ਲੈਣਾ ਕਿ ਸੱਚਮੁੱਚ ਮੈਂ ਗੁਨਾਹਗਾਰ ਹਾਂ ਜਾਂ ਸੱਚਮੁੱਚ ਮੈਂ ਗਲਤੀਆਂ ਕਰਦਾ ਹਾਂ, ਤੇ ਉਹਨਾਂ ਨੂੰ ਜਾਣਨ ਦੇ ਬਾਅਦ ਆਪਣੇ ਮਨ ਦੇ ਨਾਲ ਇੱਕ ਇਹ ਫੈਸਲਾ ਕਰ ਲੈਣਾ ਕਿ ਅਗਾਹਾਂ ਨੂੰ ਮੈਂ ਇਹ ਗੁਨਾਹ, ਇਹ ਗਲਤੀਆਂ, ਇਹ ਪਾਪ ਦੁਬਾਰਾ ਨਹੀਂ ਕਰਾਂਗਾ। ਇਸ ਫੈਸਲੇ ਦਾ ਨਾਮ ਹੈ ਤੌਬਾ। ਹਾਲੇਲੂਇਆ। ਆਪਾਂ ਮਸੀਹ ਵਿੱਚ ਆਉਣ ਦੇ ਬਾਅਦ ਵੀ ਰੈਗੂਲਰ ਪ੍ਰਭੂ ਦੇ ਵਿੱਚ ਚੱਲਦਿਆਂ ਹੋਇਆਂ ਵੀ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਹੀ ਗੁਨਾਹ ਕਰਦੇ ਹਾਂ। ਐਵਰੀ ਡੇ ਕਰਦੇ ਹਾਂ, ਹਰ ਰੋਜ਼ ਕਰਦੇ ਹਾਂ। ਕਈ ਵਾਰੀ ਅਸੀਂ ਮੂੰਹ ਬੰਦ ਰੱਖ ਕੇ ਗੁਨਾਹ ਕਰਦੇ ਹਾਂ, ਕਈ ਵਾਰੀ ਅਸੀਂ ਹੱਥ ਰੋਕ ਕੇ ਗੁਨਾਹ ਕਰਦੇ ਹਾਂ, ਕਈ ਵਾਰੀ ਅਸੀਂ ਪੈਰ ਰੋਕ ਕੇ ਗੁਨਾਹ ਕਰਦੇ ਹਾਂ, ਕਈ ਵਾਰੀ ਅਸੀਂ ਨਿਗਾਹ ਰੋਕ ਕੇ ਗੁਨਾਹ ਕਰਦੇ ਹਾਂ। ਪਰ ਤੁਸੀਂ ਸੋਚਦੇ ਹੋਵੋਗੇ ਜੇ ਮੂੰਹ ਵੀ ਬੰਦ ਆ, ਹੱਥ ਵੀ ਬੰਦ ਆ, ਪੈਰ ਵੀ ਰੁਕੇ ਹੋਏ ਆ, ਅੱਖਾਂ ਵੀ ਬੰਦ ਆ, ਤੇ ਇਹ ਕਿਹੋ ਜਿਹੇ ਗੁਨਾਹ ਆ ਜਿਹੜੇ ਬਿਨਾਂ ਕਿਸੇ ਐਕਟੀਵਿਟੀ ਦੇ ਆ? ਕੀ ਇਹੋ ਜਿਹੇ ਗੁਨਾਹ ਸਾਨੂੰ ਸਜ਼ਾ ਦਾ ਪਾਤਰ ਬਣਾ ਸਕਦੇ ਆ? ਸੱਚ ਇਹ ਆ ਕਿ ਹੱਥਾਂ ਵਾਲੇ ਗੁਨਾਹ ਜਿਹੜੇ ਆ ਉਹ ਬਹੁਤ ਸੌਖੇ ਆ ਛੱਡਣੇ, ਬਹੁਤ ਸੌਖੇ ਆ ਭੁੱਲਣੇ। ਉਹਨਾਂ ਤੋਂ ਨਜ਼ਾਤ ਪਾਉਣਾ ਇੰਨਾ ਔਖਾ ਕੰਮ ਨਹੀਂ ਆ। ਵੱਡੀ ਸਮੱਸਿਆ ਤਾਂ ਇਹੋ ਹੀ ਹੈ ਕਿ ਉਹ ਗੁਨਾਹ ਜਿਹੜੇ ਹੱਥ ਨਹੀਂ ਕਰਦੇ, ਜਿਹੜੇ ਪੈਰ ਨਹੀਂ ਕਰਦੇ, ਜਿਹੜੇ ਜ਼ੁਬਾਨ ਨਹੀਂ ਕਰਦੀ, ਉਹ ਗੁਨਾਹ ਛੱਡਣੇ ਸਭ ਤੋਂ ਔਖੇ ਹਨ। ਉਹ ਕਿਹੜੇ ਗੁਨਾਹ ਹਨ ਤੇ ਕਿੱਦਾਂ ਹੁੰਦੇ ਹਨ? ਜਦੋਂ ਮਨੁੱਖ ਆਪਣੇ ਮਨ ਦੇ ਵਿੱਚ, ਆਪਣੇ ਦਿਲ ਦੇ ਅੰਦਰ ਕਿਸੇ ਲਈ ਬੁਰਾ ਸੋਚਦਾ ਹੈ, ਸਭ ਤੋਂ ਵੱਡਾ ਗੁਨਾਹ ਕਰਦਾ ਹੈ। ਆਪਣੇ ਮਨ ਦੇ ਅੰਦਰ ਕਿਸੇ ਨੂੰ ਧੋਖਾ ਦੇਣ ਦਾ ਵਿਚਾਰ ਲਿਆਉਂਦਾ ਹੈ, ਬਹੁਤ ਵੱਡਾ ਗੁਨਾਹ ਕਰਦਾ ਹੈ। ਆਪਣੇ ਮਨ ਦੇ ਅੰਦਰ ਕਿਸੇ ਲਈ ਨਫ਼ਰਤ ਰੱਖਦਾ ਹੈ, ਬਹੁਤ ਵੱਡਾ ਗੁਨਾਹ ਹੈ। ਆਪਣੇ ਮਨ ਦੇ ਅੰਦਰ ਇਹ ਇਰਾਦਾ ਰੱਖਣਾ ਕਿ ਮੈਂ ਇਹਦਾ ਨੁਕਸਾਨ ਕਿੱਦਾਂ ਕਰਾਂਗਾ, ਇਹਨੂੰ ਬੁਰਾ ਕਿੱਦਾਂ ਬਣਾ ਸਕਦਾ, ਇਹਨੂੰ ਸੈੱਟ ਕਿੱਦਾਂ ਸਕਦਾ, ਇਹਨੂੰ ਨਾਸ਼ ਕਿੱਦਾਂ ਕਰ ਸਕਦਾ, ਇਹਦੀਆਂ ਚੀਜ਼ਾਂ ਨੂੰ ਮੈਂ ਪ੍ਰਾਪਤ ਕਿੱਦਾਂ ਕਰ ਸਕਦਾ, ਇਹਦੇ ਧਨ ਦੌਲਤ ਦੇ ਉੱਤੇ ਮੈਂ ਕਬਜ਼ਾ ਕਿੱਦਾਂ ਕਰ ਸਕਦਾ। ਇਹ ਸਾਰੇ ਮਨ ਦੇ ਨਾਲ ਕੀਤੇ ਜਾਣ ਵਾਲੇ ਗੁਨਾਹ ਆ, ਸੋਚਾਂ ਦੇ ਨਾਲ ਕੀਤੇ ਜਾਣ ਵਾਲੇ ਗੁਨਾਹ ਆ। ਇਹਨਾਂ ਗੁਨਾਹਾਂ ਤੋਂ ਛੁੱਟਣਾ ਇੰਨਾ ਸੌਖਾ ਨਹੀਂ ਆ। ਤੁਸੀਂ ਗੱਲ-ਗੱਲ ਤੇ ਕਿਸੇ ਦੇ ਨਾਲ ਲੜਾਈ ਕਰਦੇ ਹੋ ਹੱਥਾਂ ਦੇ ਨਾਲ,
ਤੁਸੀਂ ਛੇਤੀ ਕੰਟਰੋਲ ਕਰ ਸਕਦੇ ਹੋ। ਇਸ ਚੀਜ਼ ਨੂੰ ਤੁਸੀਂ ਛੱਡ ਸਕਦੇ ਹੋ। ਤੁਸੀਂ ਆਪਣੇ ਪੈਰਾਂ ਦੇ ਨਾਲ ਚੱਲ ਕੇ ਕਿਤੇ ਜਾਂਦੇ ਹੋ ਜਾਂ ਪੈਰਾਂ ਦੇ ਨਾਲ ਕਿਸੇ ਨੂੰ ਮਾਰਦੇ ਕੁੱਟਦੇ ਹੋ, ਖਰਾਬ ਥਾਂ ਤੇ ਜਾਂਦੇ ਹੋ ਜਾਂ ਕਿਸੇ ਨਾਲ ਜ਼ੁਲਮ ਤਸ਼ੱਦਦ ਕਰਦੇ ਹੋ, ਇਹਨਾਂ ਨੂੰ ਛੱਡਣਾ ਇੰਨਾ ਔਖਾ ਨਹੀਂ, ਤੁਸੀਂ ਈਜ਼ੀਲੀ ਛੱਡ ਸਕਦੇ ਆ। ਪਰ ਆਪਣੇ ਅੰਦਰ ਇਸ ਚੀਜ਼ ਨੂੰ ਖਤਮ ਕਰਨਾ ਸਭ ਤੋਂ ਵੱਡਾ ਤੇ ਔਖਾ ਕੰਮ ਆ, ਜਿਹੜਾ ਮਨੁੱਖ ਆਪਣੇ ਜ਼ੋਰ ਨਾਲ ਨਹੀਂ, ਆਪਣੇ ਬਲ ਨਾਲ ਨਹੀਂ, ਆਪਣੀ ਸਾਮਰਥ ਨਾਲ ਨਹੀਂ, ਆਪਣੀ ਅਕਲ ਦੇ ਨਾਲ ਨਹੀਂ, ਆਪਣੀ ਤੌਫੀਕ ਦੇ ਨਾਲ ਨਹੀਂ, ਪਰ ਪਰਮੇਸ਼ਵਰ ਦੀ ਰਹਿਮਤ ਦੇ ਨਾਲ ਛੁਟਕਾਰਾ ਇਸ ਤੋਂ ਪ੍ਰਾਪਤ ਕਰ ਸਕਦਾ ਹੈ। ਹਾਲੇਲੂਇਆ। ਕਿਉਂਕਿ ਜੇ ਫਰਜ਼ ਰੱਖ ਲਓ ਕਿ ਆਪਾਂ ਕਿਸੇ ਦੇ ਨਾਲ ਜ਼ੋਰਾ ਜ਼ਰਬੀ ਕਰਦੇ ਹੱਥਾਂ ਦੇ ਨਾਲ ਜਾਂ ਪੈਰਾਂ ਦੇ ਨਾਲ, ਠੁੱਡਾਂ ਦੇ ਨਾਲ, ਤੇ ਜੇ ਉਹ ਚਾਰਾਂ ਬੰਦਿਆਂ ਦੇ ਵਿੱਚ ਖੜਿਆ ਆ, ਅਸੀਂ ਉਹਨੂੰ ਕੁੱਟਣ ਦਾ ਮਨ ਬਣਾ ਕੇ ਗਏ ਆ, ਅਸੀਂ ਸਖਾਲਾ ਹੀ ਆਪਣੇ ਨਿਰਣੇ ਨੂੰ ਬਦਲ ਲੈਣਾ ਆ, ਕਹਿਣਾ ਫੇਰ ਕਿਤੇ ਸਹੀ, ਉਸ ਵੇਲੇ ਅਸੀਂ ਉਸ ਐਕਟੀਵਿਟੀ ਨੂੰ ਨਹੀਂ ਕਰਨਾ, ਕਹਿਣਾ ਇਹਦੇ ਨਾਲ ਚਾਰ ਆਦਮੀ ਆ, ਇਹਨਾਂ ਨੂੰ ਪਤਾ ਲੱਗ ਜਾਣਾ ਇਹਨੂੰ ਕਿੰਨੇ ਕੁੱਟਿਆ ਆ, ਜਾਂ ਮੇਰੇ ਮਨ 'ਚ ਚੋਰ ਆ, ਮੈਂ ਚੋਰੀ ਕਰਨ ਲਈ ਕਿਤੇ ਜਾਵਾਂ ਤੇ ਫਰਜ਼ ਕਰੋ ਉੱਥੇ 2-4 ਲੋਕ ਆ, ਮੈਂ ਚੋਰੀ ਨਹੀਂ ਕਰਨੀ ਕਿਉਂਕਿ ਮੇਰੇ ਮਨ ਨੇ ਮੈਨੂੰ ਕਹਿਣਾ ਇਹਨਾਂ ਨੂੰ ਪਤਾ ਲੱਗ ਜਾਣਾ ਚੋਰ ਕੌਣ ਆ, ਮੈਂ ਡਰ ਜਾਣਾ ਆ। ਮੈਂ ਮਨੁੱਖਾਂ ਤੋਂ ਤਾਂ ਡਰ ਜਾਣਾ ਆ, ਪਰ ਜਿਹੜਾ ਮੇਰੇ ਮਨ ਨੂੰ ਦੇਖਦਾ ਆ ਉਹਦਾ ਡਰ ਜਦੋਂ ਮੇਰੇ ਮਨ ਵਿੱਚ ਆਇਆ, ਅਸਲ ਡਰਨਾ ਉਹੋ ਹੀ ਆ। ਜੇ ਮੈਂ ਚੋਰੀ ਕਰਨ ਲਈ ਨਿਕਲੀ ਆ ਪਰ ਚੋਰੀ ਨਹੀਂ ਕੀਤੀ, ਇਹਦਾ ਮਤਲਬ ਇਹ ਨਹੀਂ ਆ ਕਿ ਮੈਨੂੰ ਉਸ ਚੀਜ਼ ਦੀ ਸਜ਼ਾ ਨਹੀਂ ਮਿਲਣੀ। ਸਜ਼ਾ ਤਾਂ ਮੈਨੂੰ ਡੈਫੀਨੇਟਲੀ ਚੋਰੀ ਦੀ ਮਿਲਣੀ ਆ, ਕਰਕੇ ਮੈਂ ਇਰਾਦਾ ਬਣਾਇਆ ਆ ਕਿ ਮੈਂ ਚੋਰੀ ਕਰਨੀ ਆ। ਉਹ ਵੱਖਰੀ ਗੱਲ ਆ ਕਿ ਮੇਰਾ ਦਾ ਨਹੀਂ ਲੱਗਾ, ਉਹ ਵੱਖਰੀ ਗੱਲ ਆ ਮੈਨੂੰ ਮੌਕਾ ਨਹੀਂ ਮਿਲਿਆ, ਪਰ ਮੇਰੇ ਮਨ ਨੇ ਕੋਈ ਕਸਰ ਨਹੀਂ ਛੱਡੀ ਆਪਣੇ ਕੰਮ ਨੂੰ ਅੰਜਾਮ ਦੇਣ ਦੇ ਲਈ। ਅਸਲ ਵਿੱਚ ਮੈਂ ਸਜ਼ਾ ਤੋਂ ਮੁਕਤ ਉਦੋਂ ਹੀ ਹੋਣਾ ਆ, ਸਜ਼ਾ ਤੋਂ ਮਾਫੀ ਮੈਂ ਉਦੋਂ ਹੀ ਪ੍ਰਾਪਤ ਕਰਨੀ ਆ ਜਦੋਂ ਮੇਰਾ ਮਨ ਇਹ ਫੈਸਲਾ ਕਰ ਲਵੇ ਕਿ ਅਗਾਹਾਂ ਤੋਂ ਚੋਰੀ ਨਹੀਂ ਕਰਨੀ। ਜਦੋਂ ਮੇਰਾ ਮਨ ਇਸ ਚੀਜ਼ ਦੇ ਉੱਤੇ ਸਹੀ ਪਾ ਦੇਵੇ ਕਿ ਚੋਰੀ ਕਰਨਾ ਗੁਨਾਹ ਆ, ਜਦੋਂ ਮੇਰਾ ਮਨ ਕਿਸੇ ਦੇ ਸਾਹਮਣੇ ਉਹ ਗੱਲਾਂ ਨਹੀਂ ਕਰਦਾ ਜਿਹੜੀਆਂ ਉਹਦੀ ਪਿੱਠ ਪਿੱਛੇ ਕਰਦਾ ਆ, ਉਹਨਾਂ ਗੱਲਾਂ ਦੀ ਵੀ ਮੈਨੂੰ ਸਜ਼ਾ ਮਿਲਣੀ ਆ, ਕਿਉਂਕਿ ਮੈਂ ਸਾਹਮਣੇ ਭਾਵੇਂ ਨਹੀਂ ਕੀਤੀਆਂ, ਉਸ ਮਨੁੱਖ ਨੇ ਭਾਵੇਂ ਨਹੀਂ ਸੁਣੀਆਂ, ਪਰ ਪਰਮੇਸ਼ਵਰ ਦੇ ਦੂਤਾਂ ਨੇ ਸੁਣੀਆਂ ਤੇ ਮੇਰੇ ਖਿਲਾਫਤ ਵਿੱਚ ਜਾ ਕੇ ਲਿਖਵਾ ਦਿੱਤੀਆਂ ਕਿ ਇਹਨੇ ਆ ਕਿਹਾ ਆ, ਇਹਨੇ ਆਹ ਸੋਚਿਆ ਆ। ਬਾਈਬਲ ਦੇ ਵਿੱਚ ਲਿਖਿਆ ਆ ਹਰੇਕ ਛੋਟੀ ਤੇ ਹਰੇਕ ਵੱਡੀ ਗੱਲ ਦਾ ਹਿਸਾਬ ਦੇਣਾ ਆ। ਤੁਹਾਨੂੰ ਪਤਾ ਵਚਨ ਦੇ ਵਿੱਚ ਇਹ ਵੀ ਲਿਖਿਆ ਆ ਕਿ ਆਪਣੀ ਕੋਠੜੀ ਵਿੱਚ ਵੀ ਪਾਤਸ਼ਾਹ ਨੂੰ ਬੁਰਾ ਨਾ ਆਖ, ਭਾਵੇਂ ਉੱਥੇ ਕੋਈ ਨਹੀਂ ਸੁਣਦਾ। ਜੇ ਮੈਂ ਆਪਣੇ ਮੰਜੇ ਤੇ ਪਈ ਹੋਵਾਂ ਤਾਂ ਮੈਂ ਗਲਤ ਵਿਚਾਰਾਂ ਸੋਚਾਂ, ਕਿਸੇ ਦੇ ਲਈ ਬੁਰਾ ਸੋਚਾਂ, ਕਿਸੇ ਦੇ ਲਈ ਮਨ ਵਿੱਚ ਬਾਰ-ਬਾਰ ਨਫ਼ਰਤ ਦੇ ਵਿਚਾਰ ਲਿਆਵਾਂ, ਤੇ ਫਿਰ ਮੈਂ ਪਰਮੇਸ਼ਵਰ ਦੇ ਅੱਗੇ ਹੱਥ ਵੀ ਅੱਡਾਂ, ਜਾਂ ਮੈਂ ਲੋਕਾਂ ਨੂੰ ਪਿਆਰ ਕਰਨ ਦੇ ਨੁਕਤੇ ਦੱਸਾਂ, ਤੁਹਾਨੂੰ ਲੱਗਦਾ ਕਿ ਮੈਂ ਸਵਰਗ ਨੂੰ ਜਾਵਾਂਗੀ? ਮੇਰੀਆਂ ਇਹਨਾਂ ਗੱਲਾਂ ਦਾ ਹਿਸਾਬ ਜਿਹੜਾ ਆ ਉਹ ਮੇਰੇ ਪੱਖ ਵਿੱਚ ਨਹੀਂ ਹੋਣਾ, ਮੇਰੇ ਅਮਲਾਂ ਦਾ ਹਿਸਾਬ ਜਿਹੜਾ ਆ ਉਹੀ ਮੇਰੇ ਪੱਖ ਵਿੱਚ ਹੋਣਾ ਆ। ਵਚਨ ਕੀ ਦੱਸਦਾ ਆ? ਅਮਲਾਂ ਦੇ ਬਾਝੋਂ ਨੇਚਾ ਵਿਅਰਥ ਆ। ਜੇ ਅਸੀਂ ਇਹ ਨੇਚਾ ਕਰ ਲਈਏ ਕਿ ਜਿਹੜੇ ਪਾਪ ਆ ਉਹਦੀ ਮਜ਼ਦੂਰੀ ਮੌਤ ਆ, ਜਿਹੜੇ ਗੁਨਾਹ ਆ ਉਹ ਸਾਨੂੰ ਮੌਤ ਵੱਲ ਨੂੰ ਲੈ ਕੇ ਜਾਂਦੇ ਆ,
चोरी सानू वचन की खिलाफत विच खड़िया करदी आ। जनाकारियां बदमस्तियां सानू परमेश्वर के विरोध विच खड़ा करदियां आ। एक सारियां खराब चीज़ां सानू स्वर्ग तो दूर रखदियां आ। जे असी ये विश्वास तां कर लईए इस वचन दे उत्ते, पर इनू अपने मन तक ना लैके जाइए ते दिल दे नाल इनू एक्टिवेशन विच ना लियाइए, इनू लागू ना करिए अपने जीवन दे विच, ते इदां दी नेचा जिहड़ी आ ओह व्यर्थ आ। बहुत वारी असी दूजे नू कह दिंदे आ चिंता ना करया करो। चिंता करना एक पाप आ, क्योंकि यसु मसीह जी ने तो आवाज़ मारी आ, उन्होंने क्या आ, हे थके मांदियो ते बोझ हेठा दबियो मेरे कोल आओ, मैं तुहानू आराम देंगा। दूजे नू असी बड़े आराम नाल कहने आ, जद के बिल्कुल सच आ। वचन दे विच इदां लिखिया जमीन आसमान अपनी जगह तो हिल सकते खिसक सकते आ, पर परमेश्वर दे वचन अटल आ। इन्हां ने ऐन इदां ही रहना, इदां ही काम करना जिद्दां इन्हां दी सिरजना होई आ, जिद्दां इन्हां दी रचना कीती गई आ। ये सामर्थी वचन आ। पर जे मैं तुहानू तां ये गल कहां अपनी चिंता परमेश्वर नू दे दिओ ते आप मैं यही चिंता करां मेरे न्याणियां ने पास किद्दां होना आ, मेरे न्याणियां दा फ्यूचर किद्दां दा होऊगा, मैं अपने न्याणियां दे ब्याह किद्दां करने आ, मैं अपने न्याणियां नू विदेश किद्दां भेजना आ, फिर की होना। मैं सिर्फ नेचा ही कीती आ वचन दे उत्ते कि वचन परमेश्वर दा आ, पर अमल नहीं किया, क्योंकि उन्होंने मैं अपने जीवन विच लागू नहीं किया। जदों आपां कोई गुनाह करदे आ, सब तो पहला साडे दिमाग विच आउंदा आ। ऐदां दा है नहीं कि असीं प्लान नहीं किया पर चोरी कर ली, असीं प्लान नहीं किया पर किसी नूं धक्का मार दिता, असीं प्लान नहीं किया पर उदां ही किसी दी जमीन अपने नाम करा ली, असीं प्लान नहीं किया उदां ही किसी नूं बदनाम कर दिता, प्लानिंग नहीं की उदां ही झूठ बोल दिता। तुहानूं लगदा कदी इदां होया? कोई भी एक्टिविटी जिहड़ी आ ਉਹ सोच विच आउण तो पहला एक्टिविटी नहीं बनती। कोई भी काम आ ਉਹ ਹੋਂਦ ਵਿੱਚ ਉਦੋਂ तक नहीं आउंदा ਜਦੋਂ तक जहन ਵਿੱਚ नहीं आ जांदा, दिमाग ਵਿੱਚ नहीं आ जांदा। ਇਹ दिमाग ਜਿਹੜਾ ਆ ਇਹ ਅੱਗੇ ਕਮਾਂਡ ਕਰਦਾ ਹੱਥਾਂ ਨੂੰ, ਅੱਖਾਂ ਨੂੰ, ਮੂੰਹ ਨੂੰ, ਪੈਰਾਂ ਨੂੰ। दिमाग ਵਿੱਚ ਆਉਂਦਾ ਆ ਫਲਾਨਾ ਤੇਰੇ ਘਰ ਆਉਣ ਲੱਗਾ ਤੂੰ ਉਹਨੂੰ ਮਿਲਣਾ ਨਹੀਂ ਆ। दिमाग ਤੁਹਾਨੂੰ ਕਹਿੰਦਾ ਨਿਆਣਿਆਂ ਨੂੰ ਕਹਿ ਦੇ, ਉਹਨਾਂ ਨੂੰ ਜਾ ਕੇ ਕਹਿ ਦੇਣ ਡੈਡੀ ਘਰ ਹੈ ਨਹੀਂ, ਮੰਮੀ ਘਰ ਹੈ ਨਹੀਂ। ਪਹਿਲਾ ਸਿਗਨਲ ਆਇਆ ਆ ਝੂਠ ਬੋਲਣ ਦੇ ਲਈ, ਵਿਉਂਤ ਬਣਾਈ ਗਈ ਆ ਦਿਮਾਗ ਦੇ ਵੱਲੋਂ। ਫਿਰ ਦਿਮਾਗ ਨੇ ਮੂੰਹ ਨੂੰ ਕਮਾਂਡ ਕੀਤਾ, ਹੱਥਾਂ ਨੂੰ, ਪੈਰਾਂ ਨੂੰ ਕਮਾਂਡ ਕੀਤਾ ਜਾ ਨਿਆਣੇ ਨੂੰ ਲੱਭ, ਨਿਆਣਾ ਕਿੱਥੇ ਆ, ਨਿਆਣੇ ਕੋਲੋਂ ਕਹਾ ਦੋ, ਕੰਮ ਵਾਲੇ ਕੋਲੋਂ ਕਹਾ ਦੋ। ਇਹ ਤਾਂ ਇੱਕ ਛੋਟੀ ਜਿਹੀ ਗੱਲ ਆ, पर वड्डियां वड्डियां चीज़ां भी पहला दिमाग दे विच आउंदियां। दिमाग अगे कमांड करदा आ साडे जिस्म नूं ते फिर वो हकीकत विच आ जांदियां आ, फिर वो काम बन जांदियां आ, एक्टिव हो जांदियां आ। तुहानूं पता यही जेड़े छोटे छोटे सिग्नल, जेड़े भैड़े सिग्नल आ, यही जदों दिमाग साडे जिस्म नूं दिंदा आ अते जिस्म इन्हां नूं एक्टिवेट कर दिंदा आ, अमल दे विच ले आउंदा आ। यही सिग्नल सानूं नरक दी बत्ती वल नूं ले जांदे आ। यही सिग्नल सानूं स्वर्ग तो दूर रखदे आ। पर सानू एक पावर दिती गई आ इन्हां सिग्नलां तो बचण दी। सानू एक एनर्जी दिती गई आ कि असी इस बुराई दा सामना कर सकीए। जेड़ा दिमाग सानू गलत पासे नू तोड़दा आ, गलत विਉਂਤਾਂ ਬਣਾਉਣੀਆਂ दसदा आ,
ਗਲਤੀਆਂ ਨੂੰ ਸਾਡੇ ਜਿਸਮ ਦੇ ਰਾਹੀਂ ਐਕਟੀਵੇਟ ਕਰਦਾ ਆ, ਉਸੇ ਦਿਮਾਗ ਦੇ ਨਾਲ ਅਸੀਂ ਨਜਾਤ ਵੀ ਪ੍ਰਾਪਤ ਕਰ ਸਕਦੇ ਇਹਨਾਂ ਸਾਰੀਆਂ ਬੁਰੀਆਂ ਚੀਜ਼ਾਂ ਤੋਂ। ਇਹਨਾਂ ਬੁਰਾਈਆਂ ਤੋਂ ਬਚਣ ਲਈ, ਇਹਨਾਂ ਚੋਰੀਆਂ ਤੋਂ ਬਚਣ ਲਈ, ਹਰਾਮਕਾਰੀਆਂ ਤੋਂ ਬਚਣ ਲਈ, ਨਸ਼ਿਆਂ ਤੋਂ ਬਚਣ ਲਈ, ਮੁੰਡੇਬਾਜ਼ੀਆਂ ਤੋਂ ਬਚਣ ਲਈ, ਹੋਰ ਸਾਰੇ ਪ੍ਰਕਾਰ ਦੀਆਂ ਖਰਾਬ ਆਦਤਾਂ ਤੋਂ ਬਚਣ ਲਈ, ਜਦੋਂ ਦਿਮਾਗ ਦੇ ਵਿੱਚ ਉਹ ਗੱਲ ਆਉਂਦੀ ਆ ਤੂੰ ਐਦਾਂ ਕਰ ਲਾ, ਉਦੋਂ ਹੀ ਉਸ ਗੱਲ ਨੂੰ ਕਹਿ ਦਿਓ ਮੈਂ ਐਦਾਂ ਨਹੀਂ ਕਰਨਾ ਕਿਉਂਕਿ ਮੇਰੇ ਉੱਤੇ ਮਸੀਹ ਦਾ ਇਖਤਿਆਰ ਆ। ਹਾਲੇਲੂਇਆ। ਉਦੋਂ ਹੀ ਉਸ ਨਕੰਮੀ ਸੋਚ ਨੂੰ ਰੱਦ ਕਰ ਦਿਓ। ਜਦੋਂ ਦਿਮਾਗ ਕਹਿੰਦਾ ਫਲਾਣੇ ਥਾਂ ਤੇ ਪੈਸੇ ਪਏ ਆ, ਕੋਈ ਨਹੀਂ ਦੇਖਦਾ, ਜਾ ਕੇ ਚੱਕ ਲਿਆ, ਉਦੋਂ ਹੀ ਆਪਣੇ ਦਿਮਾਗ ਨੂੰ ਦੱਸ ਦਿਓ ਉੱਥੇ ਪਹਿਲਾਂ ਹੀ ਸਵਰਗਦੂਤ ਖੜੇ ਆ ਤੇ ਉਹਨਾਂ ਦਾ ਮਾਲਕ ਯਹੋਵਾ ਪਰਮੇਸ਼ਵਰ ਮੇਰੀਆਂ ਸਾਰੀਆਂ ਯੋਜਨਾਵਾਂ ਨੂੰ ਤੇ ਮੈਨੂੰ ਹਨੇਰੇ ਵਿੱਚ ਵੀ ਚਾਨਣ ਦੇ ਨਿਆਈ ਦੇਖਣ ਦੀ ਤਾਕਤ ਰੱਖਦਾ ਆ। ਮੈਂ ਇਹ ਗੁਨਾਹ ਨਹੀਂ ਕਰਾਂਗਾ। ਮੈਂ 100 ਦਾ ਨੋਟ ਚੱਕਣ ਦੇ ਬਦਲੇ ਵਿੱਚ ਨਰਕ ਨੂੰ ਨਹੀਂ ਜਾਵਾਂਗਾ ਕਿਉਂਕਿ ਮੈਂ ਆਪਣੀ ਪੂਰੀ ਜਾਇਦਾਦ ਵੇਚ ਕੇ ਵੀ ਸਵਰਗ ਨੂੰ ਜਾਣਾ ਨਹੀਂ ਖਰੀਦ ਸਕਦਾ। ਇਹ ਸੁਣਨ ਦੇ ਵਿੱਚ ਛੋਟੀ ਗੱਲ ਹੋ ਸਕਦੀ ਹੈ, ਪਰ ਇਹ ਛੋਟੀਆਂ ਛੋਟੀਆਂ ਗੱਲਾਂ ਸਾਨੂੰ ਸਵਰਗ ਤੱਕ ਲੈ ਕੇ ਜਾ ਸਕਦੀਆਂ ਹਨ, ਜਾਂ ਛੋਟੀਆਂ ਛੋਟੀਆਂ ਬੁਰੀਆਂ ਗੱਲਾਂ ਦੇ ਪਿੱਛੇ ਚੱਲਣ ਦੇ ਨਾਲ ਅਸੀਂ ਸਵਰਗ ਨੂੰ ਛੱਡ ਕੇ ਨਰਕ ਦੇ ਵਿੱਚ ਡਿੱਗ ਸਕਦੇ ਹਾਂ। ਅਸਲੀ ਤੌਬਾ ਇਹੀ ਹੈ ਕਿ ਅਸੀਂ ਆਪਣੀ ਤੌਬਾ ਨੂੰ ਅਮਲਾਂ ਵਿੱਚ ਲੈ ਕੇ ਆਈਏ। ਅਸਲੀ ਤੌਬਾ ਇਹੀ ਹੈ ਕਿ ਅਸੀਂ ਆਪਣੇ ਮਨ ਨੂੰ ਦੱਸ ਦਈਏ ਕਿ ਅਸੀਂ ਤੌਬਾ ਕਰ ਲਈ ਆ। ਆਪਣੇ ਕੰਨਾਂ ਨੂੰ ਦੱਸਣ ਨਾਲ ਓਨਾ ਫਾਇਦਾ ਨਹੀਂ ਹੁੰਦਾ ਜਿੰਨਾ ਆਪਣੇ ਮਨ ਨੂੰ ਦੱਸਣ ਨਾਲ ਫਾਇਦਾ ਹੁੰਦਾ ਆ। ਫਰਜ਼ ਰੱਖੋ ਇੱਕ ਨਿਆਣਾ ਕਿਤਾਬ ਪੜ੍ਹਦਾ ਆ, ਜਦੋਂ ਪੜ੍ਹਦਾ ਆ ਜੇ ਉਹ ਸਿਰਫ ਦੂਜੇ ਨੂੰ ਸੁਣਾਉਣ ਦੇ ਲਈ ਪੜ੍ਹੇ ਤੇ ਉਹਨੂੰ ਆਪਣੇ ਮਨ ਤੱਕ ਨਾ ਲੈ ਕੇ ਜਾਵੇ ਕਿ ਉਹ ਇਮਤਿਹਾਨ ਦੇ ਵਿੱਚ ਉਹ ਚੀਜ਼ਾਂ ਦੇ ਜਵਾਬ ਲਿਖ ਸਕੂਗਾ ਜਿਹੜੀਆਂ ਉਹਨੇ ਪੜ੍ਹੀਆਂ ਆ। ਨਹੀਂ ਲਿਖ ਸਕੂਗਾ ਕਿਉਂਕਿ ਉਹਨੇ ਸਿਰਫ ਉਹ ਪੜ੍ਹੀਆਂ ਆ, ਮਨ ਤੱਕ ਨਹੀਂ ਲੈ ਕੇ ਗਿਆ। ਉਹਨੇ ਸਿਰਫ ਉਹ ਦੂਜੇ ਨੂੰ ਸੁਣਾਉਣ ਦੇ ਲਈ ਪੜ੍ਹੀਆਂ ਆ, ਜਾਂ ਉਹ ਚੀਜ਼ਾਂ ਸਿਰਫ ਉਹਦੇ ਕੰਨਾਂ ਤੱਕ ਹੀ ਸੀਮਤ ਰਹਿ ਗਈਆਂ, ਉਹਨੇ ਆਪਣੇ ਮਨ ਤੱਕ ਨਹੀਂ ਖੜੀਆਂ ਕਿਉਂਕਿ ਉਹ ਸੋਚਦਾ ਸੀ ਇਹਨਾਂ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਆ। ਪਰ ਜੇਕਰ ਨਾ ਵੀ ਉਹ ਬੋਲਦਾ, ਨਾ ਵੀ ਉਹ ਆਪਣੇ ਕੰਨਾਂ ਨੂੰ ਸੁਣਾਉਂਦਾ, ਪਰ ਉਹ ਅੱਖਾਂ ਦੇ ਕੈਮਰਿਆਂ ਦੇ ਨਾਲ ਉਹਦੀ ਤਸਵੀਰ ਖਿੱਚ ਕੇ ਮਨ ਵਿੱਚ ਰੱਖ ਲੈਂਦਾ, ਮੈਨੂੰ ਨਹੀਂ ਜਾਪਦਾ ਕਿ ਉਹ ਆਪਣੇ ਇਮਤਿਹਾਨਾਂ ਦੇ ਵਿੱਚ ਕੋਈ ਇਹੋ ਜਿਹਾ ਜਵਾਬ ਹੁੰਦਾ ਜਿਹੜਾ ਹੱਲ ਨਾ ਕਰ ਸਕਦਾ। ਬਹੁਤੀ ਵਾਰੀ ਅਸੀਂ ਸੁਣਦੇ ਹੀ ਹਾਂ ਜਾਂ ਅਸੀਂ ਬੋਲਦੇ ਹੀ ਹਾਂ, ਉਹਨੂੰ ਅਮਲਾਂ ਵਿੱਚ ਨਹੀਂ ਲੈ ਕੇ ਆਉਂਦੇ, ਉਹਨੂੰ ਮਨ ਤੱਕ ਨਹੀਂ ਲੈ ਕੇ ਜਾਂਦੇ। ਜਿਵੇਂ ਆਪਾਂ ਅੱਜ ਦਾ ਵਚਨ ਸੁਣ ਰਹੇ ਆ, ਬਹੁਤਿਆਂ ਨੇ ਤੌਬਾ ਕਰ ਲੈਣੀ ਆ ਜਦੋਂ ਇਸ ਵਚਨ ਨੂੰ ਕੰਨਾਂ ਦੇ ਰਾਹੀਂ ਮਨ ਤੱਕ ਲੈ ਜਾਣਾ ਆ, ਪਰ ਬਹੁਤਿਆਂ ਨੇ ਰਹਿ ਜਾਣਾ ਆ। ਜੇ ਉਹਨਾਂ ਨੂੰ ਮੀਟਿੰਗ ਤੋਂ ਮਗਰੋਂ ਪੁੱਛਿਆ ਅੱਜ ਦਾ ਵਚਨ ਕੀ ਸੀ, ਉਹਨਾਂ ਨੇ ਕੰਨਾਂ ਪਿੱਛੇ ਖਾਜ ਕਰਨ ਲੱਗ ਜਾਣਾ ਆ, ਕਹਿਣਾ ਮੇਰਾ ਧਿਆਨ ਹੀ ਨਹੀਂ ਸ਼ੈਤਾਨ ਲੱਗਣ ਦਿੰਦਾ। ਸ਼ੈਤਾਨ ਦੀ ਐਸੀ ਤੈਸੀ ਉਹਦੀ ਕੀ ਮਜਾਲ ਉਹ ਤੁਹਾਡੇ ਲਾਗੇ ਆ ਜੇ ਤੁਸੀਂ ਖੁਦਾਵੰਦ ਖੁਦਾ ਦੀ ਹਜ਼ੂਰੀ ਦੇ ਵਿੱਚ ਬੈਠੇ, ਉਹਦਾ ਤਖਤ ਇਸ ਜਗ੍ਹਾ ਤੇ ਲੱਗਾ ਆ। ਇਹ ਤੁਹਾਡਾ ਉਹ ਮਨ ਜਿਹਨੂੰ ਤੁਸੀਂ ਸ਼ੈਤਾਨ ਦੀ ਮੋਹਰ ਲਾਈ, ਉਹ ਤੁਹਾਨੂੰ ਨਹੀਂ ਸੁਣਨ ਦਿੰਦਾ। ਸ਼ੈਤਾਨ ਦੀ ਕੋਈ ਤਾਕਤ ਇਸ ਜਗ੍ਹਾ ਤੇ ਨਹੀਂ ਚੱਲ ਸਕਦੀ। ਮੈਂ ਤੁਹਾਨੂੰ ਅੱਜ ਯਿਸੂ ਮਸੀਹ ਦੇ ਨਾਮ 'ਚ ਡਿਕਲੇਅਰ ਕਰਦੀ ਹਾਂ। ਕੀ ਤੁਸੀਂ ਅਜੇ ਵੀ ਸੋਚਦੇ ਆ ਜੇ ਇਸ ਜਗ੍ਹਾ ਦੇ ਉੱਤੇ ਪਰਮੇਸ਼ਵਰ ਜੀ ਦਾ ਤਖਤ ਲੱਗਾ ਹੋਵੇ ਤੇ ਸ਼ੈਤਾਨ ਉੱਥੇ ਆਪਣੇ ਕੰਮ ਕਰੇ? ਇਦਾਂ ਕਦੀ ਹੋ ਸਕਦਾ ਆ? ਕਦੀ ਨਹੀਂ ਹੋ ਸਕਦਾ। ਪਰ ਜੇ ਤੁਸੀਂ ਉਹਦਾ ਹੱਥ ਫੜ ਕੇ ਉਹਨੂੰ ਕਹੋ ਨਹੀਂ ਮੈਂ ਤੈਨੂੰ ਕਿਸੇ ਪਾਸੇ ਜਾਣ ਨਹੀਂ ਦੇਣਾ, ਇੱਥੇ ਮੇਰੇ ਲਾਗੇ ਬੈਠ, ਫਿਰ ਉਹ ਤੁਹਾਨੂੰ ਕਿੱਦਾਂ ਛੱਡ ਕੇ ਚਲਿਆ ਜਾਵੇ? ਜਦ ਤੱਕ ਤੁਸੀਂ ਛੱਡਣਾ ਨਹੀਂ ਚਾਹੁੰਦੇ,
जद तक तुसी ओहदा हथ फड़िया आ, जद तक तुसी ओनू नाल रखना चाहोगे, वो कदी भी अपने काम तुहाडे जीवन दे विच बंद नहीं करेगा। ये तुहानू डिसाइड करना पैना आ, तुहानू अज फैसला लेना पैना भी असी करना की आ। असी सच्ची तौबा करनी आ जां कन्नां नू स्वाद लगण वाली तौबा करनी आ। बहुत सारे भैन भरा आ ਜਿਹੜੇ ਜਦੋਂ ਚਰਚ ਵਿੱਚ ਆਉਂਦੇ ਆ ਤੇ ਆਉਂਦਿਆਂ ਨੂੰ ਤੌਬਾ ਦੀ ਪ੍ਰਾਰਥਨਾ ਕਰਾਈ ਜਾਂਦੀ ਆ। ਜਦੋਂ ਪਹਿਲੀ ਵਾਰੀ ਉਹ ਆਉਂਦੇ ਆ, ਉਹ ਤੌਬਾ ਦੀ ਪ੍ਰਾਰਥਨਾ ਕਰਦੇ ਆ, ਐਨ ਇਦਾਂ ਕਰਦੇ ਜਿੱਦਾਂ ਤੋਤਾ ਪਿੱਛੇ ਪਿੱਛੇ ਬੋਲਦਾ ਹੋਵੇ। ਕਰਕੇ ਤੋਤਾ ਮਿਰਚ ਖਾਣੀ ਬਹੁਤ ਪਸੰਦ ਕਰਦਾ ਆ, ਪਰ ਮਾਲਕ ਨੇ ਉਹਨੂੰ ਇੱਕ ਰੱਟਾ ਲਵਾ ਦਿੱਤਾ ਆ, ਤੋਤਿਆ ਮਿਰਚ ਨਾ ਖਾਵੀਂ ਮਰ ਜਾਏਗਾ। ਤੁਸੀਂ ਉਹਦੇ ਮੋਹਰੇ ਰੱਟਾ ਲਵਾ ਕੇ ਮਿਰਚ ਰੱਖ ਦੋ, ਉਹ ਇੱਕ ਦਿਨ ਦੀ ਮਿਰਚ ਨੂੰ ਵੱਢੂਗਾ, ਨਾਲੇ ਫੇਰ ਕਹੂਗਾ ਤੋਤਿਆ ਮਿਰਚ ਨਾ ਖਾਵੀਂ ਮਰ ਜਾਏਗਾ। ਕਰਕੇ ਉਹਨੂੰ ਸਮਝ ਨਹੀਂ ਆਈ ਕਿ ਮੈਂ ਮਿਰਚ ਹੀ ਖਾਣ ਡਿਆ ਆ, ਇਹਦੇ ਨਾਲ ਹੀ ਮਰਨਾ ਆ। ਉਹ ਗਾਈ ਜਾਂਦਾ ਆ ਮਿਰਚ ਨਾ ਖਾਵੀਂ ਮਰ ਜਾਏਗਾ, ਪਰ ਉਹ ਖਾਈ ਜਾਂਦਾ ਆ। ਕਰਕੇ ਉਹਨੂੰ ਉਹਦਾ ਸਵਾਦ ਪੈ ਗਿਆ ਆ, ਉਹਨੂੰ ਉਹ ਰਚ ਗਈ ਆ, ਉਹਨੂੰ ਉਹ ਚੰਗੀ ਲੱਗਣ ਲੱਗ ਗਈ ਆ। ਐਨ ਮਨੁੱਖ ਦਾ ਹਾਲ ਉਸ ਤੋਤੇ ਵਰਗਾ ਬਣ ਗਿਆ ਆ। ਉਹ ਇਦਾਂ ਹੀ ਕਹਿੰਦਾ ਗੁਨਾਹ ਨਾ ਕਰਿਓ ਨਰਕ ਨੂੰ ਚਲ ਜਾਾਂਗੇ। ਜਦੋਂ ਕਿਸੇ ਦੇ ਕੋਲ ਖਲੋਣਾ, ਤੈਨੂੰ ਪਤਾ ਫਲਾਣੇ ਨੇ ਇਦਾਂ ਕਿਹਾ ਸੀ, ਤੇਰੇ ਲਈ ਵੀ ਉਹ ਇਦਾਂ ਹੀ ਕਹਿੰਦਾ ਸੀ। ਬਾਈਬਲ ਤੁਹਾਨੂੰ ਇਦਾਂ ਹੀ ਦੱਸਦਾ ਆ ਵੀ ਜਦੋਂ ਪ੍ਰੋਗਰਾਮ ਖਤਮ ਹੋਵੇ ਜਾਂ ਤੁਸੀਂ ਆਪਣੇ ਰਿਸ਼ਤੇਦਾਰਾਂ ਦੇ ਜਾਓ ਜਾਂ ਆਪਣੇ ਆਂਢ ਗੁਆਂਢ ਜਾਓ ਤੇ ਉੱਥੇ ਜਾ ਕੇ ਖੁਸ਼ਖਬਰੀ ਦੱਸਿਓ ਜਾਂ ਨਾ ਦੱਸਿਓ, ਪਰ ਪਿੰਡ ਦੀਆਂ ਸਾਰੀਆਂ ਖਬਰਾਂ ਜ਼ਰੂਰ ਦੱਸਿਓ ਕਿ ਕਿਹਦਾ ਮੁੰਡਾ ਚੰਗਾ, ਕਿਹਦੀ ਕੁੜੀ ਚੰਗੀ, ਕਿਹਦਾ ਘਰ ਵਾਲਾ ਚੰਗਾ, ਕਿਹਦੀ ਘਰ ਵਾਲੀ ਚੰਗੀ। ਤੁਹਾਨੂੰ ਲੱਗਦਾ ਬਾਈਬਲ 'ਚ ਜ਼ਿੰਮੇਵਾਰੀ ਆਪਾਂ ਨੂੰ ਦਿੱਤੀ ਗਈ ਆ? ਪਰ ਮੇਰੇ ਖਿਆਲ 'ਚ ਉਨੀ ਰੀਝ ਨਾਲ ਆਪਾਂ ਆਪਣੇ ਮਾਂ ਹੋਣ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈ ਦੀਆਂ ਜਿੰਨੀਆਂ ਅਸੀਂ ਚੁਗਲਖੋਰ ਹੋਣ ਦੀਆਂ ਜ਼ਿੰਮੇਵਾਰੀਆਂ ਨਿਭਾਈ ਦੀਆਂ ਆ। ਕਰਕੇ ਸਾਨੂੰ ਉਹ ਸਵਾਦ ਪੈ ਗਿਆ ਆ, ਉਹ ਸਾਨੂੰ ਸਵਾਦ ਲੱਗਣ ਲੱਗ ਗਈਆਂ ਆ। ਭਾਵੇਂ ਅਸੀਂ ਬਾਹਲੀ ਵਾਰੀ ਸੁਣ ਲਿਆ ਵਚਨ ਦੇ ਵਿੱਚੋਂ ਕਿ ਚੁਗਲਖੋਰਾਂ ਤੋਂ ਪਰਮੇਸ਼ਵਰ ਘਿਣ ਕਰਦੇ ਆ। ਚੁਗਲੀਆਂ ਕਰਨਾ ਰੂਹ ਦਾ ਫਲ ਨਹੀਂ ਆ। ਪਿੱਠ ਪਿੱਛੇ ਗੱਲਾਂ ਕਰਨਾ ਰੂਹ ਦਾ ਫਰੂਟ ਨਹੀਂ ਹੈਗਾ। ਲੜਾਈਆਂ ਝਗੜੇ ਕਰਨਾ, ਨਫ਼ਰਤ ਕਰਨਾ, ਅਣਆਗਿਆਕਾਰੀ ਕਰਨਾ, ਇਹ ਰੂਹ ਦੇ ਫਲ ਨਹੀਂ ਆ। ਪਰ ਕੀ ਕਰੀਏ, ਤੋਤੇ ਦੇ ਵਾਂਗਾ ਮਿਰਚ ਖਾਣੀ ਪਸੰਦ ਆ ਗਈ ਆ। ਹਾਲਾਂਕਿ ਕੌੜੀ ਆ, ਪਰ ਫਿਰ ਵੀ ਪਸੰਦ ਆ ਗਈ ਆ। ਬੋਲੋ ਜਾਂ ਨਾ ਬੋਲੋ, ਕਿਸੇ ਨੂੰ ਸੁਣਾਓ ਜਾਂ ਨਾ ਸੁਣਾਓ, ਪਰ ਅਮਲ ਕਰਨਾ ਸ਼ੁਰੂ ਕਰ ਦਿਓ। ਉਸੇ ਦਿਨ ਜੀਵਨ ਦੀ ਪੋਥੀ ਵਿੱਚ ਸਾਡਾ ਨਾਮ ਦਰਜ ਕਰ ਦਿੱਤਾ ਜਾਵੇਗਾ। ਕੋਈ ਵੀ ਜਣਾ ਆਪਣੇ ਮਨ ਵਿੱਚ ਇਹ ਭਰਮ ਨਾ ਰੱਖੇ ਕਿ ਮੈਂ ਚਰਚ ਜਾਣ ਦੇ ਨਾਲ ਸਵਰਗ ਨੂੰ ਜਾਵਾਂਗਾ। ਚਰਚ ਆਉਣ ਦੇ ਨਾਲ ਤੁਸੀਂ ਸਵਰਗ ਨੂੰ ਨਹੀਂ ਜਾਣਾ, ਚਰਚ ਆਉਣ ਦੇ ਨਾਲ ਸਵਰਗ ਨੂੰ ਜਾਣ ਦਾ ਰਸਤਾ ਤੁਹਾਨੂੰ ਪਤਾ ਲੱਗਣਾ ਹੈ। ਚਰਚ ਦੇ ਵਿੱਚੋਂ ਵਚਨ ਦੇ ਰਾਹੀਂ ਇੱਕ ਮੈਪ ਤੁਹਾਨੂੰ ਦਿੱਤਾ ਜਾਂਦਾ ਹੈ, ਇੱਕ ਨਕਸ਼ਾ ਤੁਹਾਨੂੰ ਦਿੱਤਾ ਜਾਂਦਾ ਹੈ ਕਿ ਕਿਹੜੀ ਡਾਇਰੈਕਸ਼ਨ ਹੈ, ਕਿੱਧਰ ਨੂੰ ਮੋੜਨਾ ਹੈ, ਕਿਹੜੇ ਮੋੜ ਤੋਂ ਬਚਣਾ ਹੈ, ਕਿੱਥੇ ਖੱਡ ਹੈ, ਕਿੱਥੇ ਟੋਆ ਹੈ, ਕਿੱਥੇ ਨਹਿਰ ਹੈ, ਕਿੱਥੇ ਦਰਿਆ ਹੈ। ਉਹ ਨਕਸ਼ਾ ਸਾਨੂੰ ਦਿੱਤਾ ਜਾਂਦਾ ਹੈ। ਹੁਣ ਸਾਡੀ ਮਰਜ਼ੀ ਆ ਕਿ ਉਹ ਨਕਸ਼ਾ ਦੇਖਦਿਆਂ ਹੋਇਆਂ ਅਸੀਂ ਅੰਨਿਆਂ ਦੇ ਵਾਂਗ ਤੁਰਨਾ ਜਾਂ ਸੁਜਾਖਿਆਂ ਦੇ ਵਾਂਗ ਤੁਰਨਾ ਆ। ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਨਕਸ਼ਾ ਆ, ਪਰ ਅੱਖਾਂ ਬੰਦ ਕਰਕੇ ਤੁਰੇ ਜਾਂਦੇ ਆ ਤੇ ਫਿਰ ਟੋਏ ਦੇ ਵਿੱਚ ਡਿੱਗ ਕੇ ਚੀਕਾਂ ਮਾਰਦੇ ਆ, ਪਾਸਟਰ ਜੀ ਸਾਨੂੰ ਬਚਾ ਲਵੋ। ਜਦ ਨਕਸ਼ਾ ਤੁਹਾਡੇ ਹੱਥ ਦੇ ਵਿੱਚ ਆ, ਉਹਨਾਂ ਬੰਦਿਆਂ ਨੂੰ ਤੇ ਬਚਾਉਣਾ ਪਾਸਟਰ ਜੀ ਦਾ ਫਰਜ਼ ਬਣਦਾ ਜਿਨ੍ਹਾਂ ਦੇ ਕੋਲ ਅਜੇ ਨਕਸ਼ਾ ਹੈ ਨਹੀਂ। ਪਰ ਜਿਹੜੇ ਨਕਸ਼ਾ ਪੜ੍ਹਨਾ ਜਾਣਦੇ ਆ, ਨਕਸ਼ਾ ਵੇਖਣਾ ਜਾਣਦੇ ਆ, ਨਕਸ਼ਾ ਹੱਥ 'ਚ ਫੜਿਆ, ਜੇ ਉਹ ਵੀ ਖੂਹ ਦੇ ਵਿੱਚ ਡਿੱਗ ਕੇ ਚੀਕਾਂ ਮਾਰਨ, ਮੇਰੇ ਖਿਆਲ ਦੇ ਵਿੱਚ ਪਾਸਟਰ ਜੀ ਦੀ ਡਿਊਟੀ ਨਹੀਂ ਬਣਦੀ ਕਿ ਉਹਨਾਂ ਨੂੰ ਖੂਹ 'ਚੋਂ ਕੱਢਣ। ਵਚਨ ਇੱਕ ਨਕਸ਼ਾ ਆ,
इस आत्मक स्कूल दे विच इस नक्शे नूं पढ़ना सिखाया जांदा, इस नक्शे नूं फॉलो करना दस्सिया जांदा, नक्शे दे उत्ते चलना दस्सिया जांदा। पर हुण तुहाडी जिम्मेवारी बनदी आ कि तुसीं सिੱਖਣਾ आ जां नहीं सिੱਖਣਾ, सिर्फ सुनना ही आ जां इनू अमल दे विच भी लैके आउणा आ। जदों आपां इह गल कहंदे आ प्रभु जी मैं बहुत गुनाहगार आ, तुहाडा मन सहमति पावे इन्हां अखरां दे नाल। ਇਹ नहीं भी हाँ जी जी इत्थे आए आ हुण पास्टर दा कहना थोड़ी मोड़ना आ, कहना ही पैना आ। ते फिर मगरों सानू जे कोई जना कह दे भाई तेरी जिंदगी च बहुत पाप आ, तुसीं उहनूं कहो किते कल्ला टक्करी तैनूं फिर दसांगे। जे सचमुच तुसी गुनाहां दा इकरार करना चाहुंदे आ, तुहाडा मन सहमति पावे कि सचमुच प्रभु जी मैं बहुत गुनाहगार आ, मैं बहुत गुनाह कीते आ, बहुत सारे इहो जे गुनाह आ जिहड़े मैं पर्दे दे पिछे कीते आ, बहुत सारे इहो जे गुनाह आ जिहड़े मैं शरेआम कीते आ, बहुत सारे गुनाह आ जिहड़े मैं रातां नूं कीते आ, बहुत सारे गुनाह आ जिहड़े मैं सूरज चमकदे दे विच कीते आ, बहुत सारे गुनाह आ जिहड़े मैं अपनियां नाल कीते आ, बहुत सारे गुनाह जिहड़े मैं बगानियां नाल भी कर गया आ। प्रभु मेरे बहुत ही छोटे छोटे गुनाह आ मेरी जिंदगी च, ते बहुत सारे बड़े बड़े गुनाह भी आ मेरी जिंदगी दे विच। पिता परमेश्वर अज मैं उन्हां सारे गुनाहां दी तौबा करदा आ, मन तो तौबा करदा आ कि अज तुसीं अपनी रहमत करके मेरे सारे छोटे वड्डे चानण वाले नेरे वाले अपनियां वाले बगानियां वाले सारे ही गुनाह बख्श दिओ, ते मैनू तौफीक दिओ, मैनू अकल दिओ कि मैं ये गुनाह दोबारा ना अपने जीवन दे विच करां। अपनी रहमत दे नाल मेरियां सोचां नू भी गुनाहां तो बचाओ, अपनी रहमत दे नाल मेरे जिस्म नू भी गुनाहां तो बचाओ। प्रभु तेरा दूत मेरियां सोचां दी भी राखी करे। प्रभु मैनू इन्नी ताकत दिओ कि जदों ये गुनाह मेरियां सोचां दे उत्ते कब्जा करन लगण, मैं उदों ही इन्हां गुनाहां नू अपने विचों कढ देवां, किते इह ना होवे सोचां दे राहीं मेरे जिस्म दे विच पूरे हो जाण। प्रभु मैं एक गुनाह दा करके नरक नू जाना नहीं चाहुंदा, पर मैं तेरी एक रहमत दा करके स्वर्ग नू जाण वाला बनना चाहुंदा हां। पर असीं सानू इदां लगदा प्रभु ने स्वर्ग नू लैके जाना, ना मेरे तो बहुत अकल आ, मैं आपे ही स्वर्ग का राह लभ लेना। थोड़े राह जाते हैं स्वर्ग नू। जे मैं 20,000 की रिश्वत लै भी लवां ते 10,000 मैं दान कर दूँ, यह भी तो स्वर्ग नू ही जाने वाला काम आ। वचन दे विच लिखिया विधवा की मदद करो, यतीम की मदद करो, परमेश्वर के घर विच दसवंध पाओ। मैं 20,000 रिश्वत तो लै लवांगा, ਉਹਦਾ 2,000 दसवंध मैं चर्च विच भी पा देंगा, 8,000 नाल मैं होर काम करांगा, ते 10,000 मैं अपने निजी जीवन दे लई इस्तेमाल करांगा। भावें असी लख योजनावां बना लईए उस काले नू चिट्टा करन दियां, पर जेड़ा काला आ उन्हें काला ही रहना आ, वो चिट्टा बन के तुहानू स्वर्ग दी मोहर नहीं दवा सकदा। कदी भी हाथ जोड़ के बेनती करदे आ, कदी भी रिश्वत दा धन, किसी दा खोया होया धन, चोरी कीता होया धन चर्च दे गल्ले दे विच ना पायो, क्योंकि वो धन तुहानू गुनाहगारी दी मोहर लवावेगा। चर्च दे गल्ले विच जेकर तुसी रिश्वत दा धन पा के ये सोचोगे मैं प्रभु नू रिश्वत दे रहा, तुहाडी जानकारी लई दसना चाहुंदे हो रिश्वत खोर नहीं आ, और राजियां दा राजा आ। बहुत सारे लोग आ, क्योंकि की करिए आदत बन गई आ, आदत बन गई आ अपने बुरे कम्मां दे विच दूजियां नू भी शामिल करके अपनी बुराई वंड देण दी। बई कल्ले दे उत्ते दोष ना आ जावे, कोई भैड़ा काम करना नाल 2-4 बंदे लैके करना भी वंडे आउंदा आवे, सारियां दे हिस्से जो सजा मिले वंडे आउंदी मिले, कल्ला मेरा नाम ना लगे। असी मनुखां नू बुराइयां दे विच नाल रला सकदे आ, पर उन्हें साडे नाल नहीं रलना। इस लई
वचन दे विच लिखिया ओ पवित्र आ, तुसी पवित्र बनो। हालेलुया। ओ साडे हक दे 1 रुपये नूं 10 करके मोड़ देवेगा। जे तुहाडे कोल 10 रुपइयां दी बरकत है, तुसी 1 दिता ना परमेश्वर जी नूं, परमेश्वर दी निगाह विच तुहाडा ओ 1 रुपया जिहड़ा तुहाडे 10 नौहां दी किरत कमाई आ, जिहड़ी तुहाडी मेहनत दी कमाई आ, जिहड़ी तुहाडी सच्ची कमाई आ, ओ 1 रुपया तुहाडे लई 10 रुपये होर परमेश्वर दे कोलों लैके आवेगा। 100 भी लियाउण दी ताकत रखदा ओह 1 रुपया। पर जेकर तुसी सोचो कि मैं लखां दे देवां ते ओ रिश्वतखोरियां दे होण, जां कोई औरत ये सोचे कि मैं जनाहकारियां तो जेड़े पैसे कमाउणी आ, मैं उस जिस्म फरोशी दा पैसा चर्च दी गोलक दे विच पावां, ते परमेश्वर हराम खोरियां नूं पसंद नहीं करदा। ओ पवित्र आ, पवित्र बनो। इसे तरह साडियां सोचां हन। असीं सिर्फ पैसे दा ही ते संबंध नहीं दिंदे, असीं अपनियां सोचां भी परमेश्वर दे अगे लैके आउने आ, अपना समा भी परमेश्वर दे अगे लैके आउने आ। जे असीं इन्हां सोचां दे नाल खराब चालां चलदे आ, फर्ज रखो कि मेरे परिवार दे विच कोई विधवा आ, मेरे परिवार दे विच कोई यतीम आ, ते मैं सोचदा रवां भी इन्हां नूं किहड़ा लालच दे के इन्हां दे जिहड़े 2 मरले आ ओह मैनूं मिल जाण, इन्हां दीयां एफडीआं दा नॉमीनेट मैं बन जावां, ते फिर मैं चर्च दे विच आण के दूजिਆਂ दे हक लई प्रार्थना करां, तां मैं अपने लई नरक दे बूहे खोलदी हां। इसे मूंह दे राहीं फटकारां ते इसे मूंह दे राहीं असीसां, तुहाडीआं असीसां एक्टिवेट नहीं होणीआं। इस मूँह दे नाल जदों असीं किसे नूं कहने आ जा तू नाश हो जा, ते फिर इस मूँह दे नाल अपने पुੱਤ नूं असीस दिन्ने आ रब तैनूं बरकतां देवे, कदी पूरा नहीं होना। क्योंकि वचन दे विच लिखिया जे कोई तुहानूं फटकारे ते तुसीं ओहदे लई प्रार्थना करो, जे कोई बददुआ देवे ते ओहदे लई असीस दिओ, जे कोई तुहाडे नाल बुराई करे तो तुसीं ओहदे नाल भलाई करो। पर इसे मूँह दे नाल बुरियां गल्लां ते इसे मूँह दे नाल परमेश्वर दी महिमा दीयां गल्लां, ते फिर असीं कहिए प्रभु मैं तो वर्त रख के प्रार्थना करदा, तू जवाब क्यों नहीं दिंदा। मेरा ख्याल नहीं असीं प्रभु नूं इह पुछण दे हकदार हां कि प्रभु तू जवाब क्यों नहीं दिंदा, क्योंकि सानूं खुद नूं पता है वो जवाब क्यों नहीं दिंदा। जिन्हां नूं नहीं ना पता अज जदों अपने बिस्तरियां ते लम्मे पैणगे, एक बारी प्रार्थना करके पिओ कि प्रभु मैं हुण शांति च पैण लगा, मैनूं मेरे गुनाह दसो, मेरे किहड़े गुनाह आ जिहड़े तुहाडी रहमत नूं मेरे तक पहुंचण नहीं दिंदे। तुसीं डायरी फड़ लो, जे डायरी दे पेज ना मुक जाणगे ते तुसीं आण के मैनूं दस दिओ, तुहाडे गुनाह फिर भी बाकी बच जाणगे। इन्ने गुनाह आ साडे जेड़े परमेश्वर दी रहमत नूं साडे तक पहुंचण नहीं दिंदे। अज समा आ साडे कोल कि असीं इस समय नूं लाभदायक बना लईए, इस समय नूं गुणकारी बना लईए अपने लई। जरूरी नहीं है कि असीं तां तौबा कीती आ, असीं बपतिस्मा लिया आ, हुण असीं किहड़ी तौबा करिए, हुण असीं ओह तौबा करिए जिहड़े पाप तौबा करन दे बाद कीते आ, उन्हां दी तौबा करिए। ओह तौबा करिए जिहड़े गुनाह असीं बपतिस्मा लैण दे बावजूद भी निरंतर कर रहे हैं, परमेश्वर दी हजूरी च कर रहे हैं। कि परमेश्वर दी अनाज्ञाकारी करना एक गुनाह नहीं आ? परमेश्वर ने क्या मेरे नाल वफादारी दे विच चलो, ते असीं परमेश्वर दे नाल लापरवाहियां दे विच जाने आ, कि ये गुनाह नहीं आ? वचन सानू दसदा प्रार्थना करो, ते असीं ओह सारा समा जां तां इंटरनेट दे विच जां टीवी दे विच जां चुगलियां दे विच जां होर खराब चीज़ां दे विच असीं उस समय नूं खर्च दिन्ने आ। कि ये जुनाह नहीं आ, ये गुनाह नहीं आ, कि ये पाप नहीं आ? ते वचन दे विच लिखिया पाप दी मजदूरी मौत आ। ते की तुसीं चाहुंदे आ कि आपां सारे रल मिल के इकट्ठे होइए ते फिर असीं पाप दे विच जा पईए ते ओह सानूं मौत तक लै जावे?
ਆਪਾਂ ਇੱਥੇ ਜੀਵਨ ਲੈਣ ਦੇ ਲਈ ਇਕੱਠੇ ਹੁੰਨੇ ਜਾਂ ਮੌਤ ਦੇ ਲਈ? ਆਪਾਂ ਇੱਥੇ ਅਬਦੀ ਜੀਵਨ ਪ੍ਰਾਪਤ ਕਰਨ ਦੇ ਲਈ ਇਕੱਠੇ ਹੁੰਨੇ ਆ। ਤੁਹਾਨੂੰ ਪਤਾ ਬਹੁਤ ਸਾਰੀਆਂ ਬਿਮਾਰੀਆਂ ਆ ਜਿਹੜੀਆਂ ਸਾਡੇ ਗੁਨਾਹਾਂ ਦਾ ਕਰਕੇ ਸਾਡੇ ਉੱਤੇ ਆਉਂਦੀਆਂ ਆ। ਜ਼ਰੂਰੀ ਨਹੀਂ ਆ ਕਿ ਜੇ ਵਾਇਰਲ ਫੀਵਰ ਆ, ਜੇ ਬੁਖਾਰ ਆ ਜਿਹੜਾ ਬਹੁਤ ਚੱਲ ਰਿਹਾ ਆ, ਉਹ ਤੁਹਾਨੂੰ ਵੀ ਹੋਣਾ ਹੀ ਆ। ਇਦਾਂ ਨਹੀਂ ਹੈਗਾ। 91 ਜ਼ਬੂਰ ਦੇ ਵਿੱਚ ਲਿਖਿਆ ਆ, ਉਹ ਖਰਾਬ ਚੀਜ਼ਾਂ ਦਾ ਤੁਹਾਡੇ ਡੇਰੇ ਦੇ ਨੇੜੇ ਵੀ ਨਹੀਂ ਆਉਣਗੀਆਂ। ਭਾਵੇਂ 1000 ਬਿਮਾਰ ਤੁਹਾਡੇ ਇੱਕ ਪਾਸੇ ਪਿਆ ਹੋਵੇ, 10,000 ਤੁਹਾਡੇ ਦੂਜੇ ਪਾਸੇ ਪਿਆ ਹੋਵੇ, ਤੁਹਾਡੇ ਉੱਤੇ ਕੋਈ ਬਿਮਾਰੀ ਨਹੀਂ ਆਊਗੀ, ਕਿਉਂਕਿ ਤੁਸੀਂ ਤਾਂ ਯਿਸੂ ਦੇ ਲਹੂ ਦੇ ਹੇਠ ਆ। ਪਰ ਹਾਲੇ ਬੁਖਾਰ ਤਾਂ ਜਲੰਧਰ ਹੀ ਹੁੰਦਾ ਆ, ਤੇ ਕਪੂਰਥਲੇ ਵਾਲੇ ਮੰਜੇ ਮੱਲ ਕੇ ਪੈ ਜਾਂਦੇ ਆ, ਜੀ ਸਾਨੂੰ ਬੁਖਾਰ ਹੋ ਗਿਆ, ਵਾਇਰਲ ਫੀਵਰ ਆ, ਫਲੂ ਬਹੁਤ ਆ। ਤੁਹਾਨੂੰ ਕਿੱਦਾਂ ਚੜ ਗਿਆ? ਉਹ ਤਾਂ ਹਾਲੇ ਜਲੰਧਰ ਹੀ ਸੀਗਾ। ਤੁਹਾਨੂੰ ਇਸ ਲਈ ਚੜ ਗਿਆ, ਤੁਹਾਡੇ ਗੁਨਾਹਾਂ ਦੀ ਚੁੰਬਕ ਨੇ ਉਹਨੂੰ ਆਪਣੇ ਵੱਲ ਖਿੱਚ ਲਿਆ ਵੀ ਆ ਜਾ, ਇੱਥੇ ਵੀ ਕੋਈ ਹੈਗਾ ਜਿਹਨੂੰ ਤੇਰੀ ਬਹੁਤ ਜ਼ਰੂਰਤ ਆ। ਇਹਦੇ ਪਾਪਾਂ ਦਾ ਘੜਾ ਵੀ ਭਰ ਗਿਆ ਆ, ਹੁਣ ਇਹਦਾ ਇਹ ਬੁਖਾਰ ਦਾ ਸੇਕ ਹੀ ਆ ਜਿਹੜੇ ਇਹਦੇ ਪਾਪਾਂ ਨੂੰ ਘੱਟ ਕਰ ਸਕਦਾ ਆ, ਕਿਉਂਕਿ ਉਦਾਂ ਇਹਨੇ ਮੰਜੇ ਤੇ ਟਿਕਣਾ ਨਹੀਂ, ਉਦਾਂ ਇਹਨੇ ਲੋਕਾਂ ਦਾ ਮਾੜਾ ਕਰਨੋਂ ਹਟਣਾ ਨਹੀਂ। ਆਓ ਇਹਦੀਆਂ ਲੱਤਾਂ ਨੂੰ ਜੂੜ ਪਾਓ, ਇਹਨੂੰ ਮੰਜੇ ਤੇ ਸਿੱਟੋ ਤਾਂ ਜੋ ਕਿਸੇ ਹੋਰ ਦਾ ਭਲਾ ਹੋ ਜਾਵੇ। ਬਹੁਤ ਵਾਰੀ ਸਾਡੀਆਂ ਬਿਮਾਰੀਆਂ ਜਿਹੜੀਆਂ ਹਨ ਉਹ ਸਾਡੇ ਗੁਨਾਹਾਂ ਦਾ ਕਰਕੇ ਆਉਂਦੀਆਂ ਹਨ ਅਤੇ ਦੂਜੇ ਦੀ ਭਲਾਈ ਦੇ ਲਈ ਆਉਂਦੀਆਂ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਬਿਮਾਰੀਆਂ ਤੁਹਾਨੂੰ ਛੱਡ ਕੇ ਚਲੀਆਂ ਜਾਣ ਤੇ ਭਲਾਈ ਤੁਹਾਡੇ ਆਪਣੇ ਜੀਵਨ ਦੇ ਵਿੱਚ ਹੋਵੇ, ਸੱਚੇ ਮਨ ਦੇ ਨਾਲ ਤੌਬਾ ਕਰ ਲਓ ਤੇ ਆਪਣੇ ਮਨ ਨੂੰ ਇੱਕ ਗੰਢ ਦੇ ਲਵੋ ਕਿ ਮੈਂ ਉਹ ਗੁਨਾਹ ਜਿਹੜੇ ਮੈਂ ਕਰ ਚੁੱਕਿਆ ਹਾਂ ਮੈਂ ਦੁਬਾਰਾ ਨਹੀਂ ਕਰਾਂਗਾ। ਭਾਵੇਂ ਮੈਂ ਘਾਟੇ ਵਿੱਚ ਜਾਵਾਂ ਤੇ ਭਾਵੇਂ ਮੈਂ ਵਾਧੇ ਦੇ ਵਿੱਚ ਜਾਵਾਂ, ਮੈਂ ਨਹੀਂ ਕਰਾਂਗਾ। ਭਾਵੇਂ ਮੈਂ ਭੁੱਖਾ ਰਵਾਂ ਤੇ ਭਾਵੇਂ ਮੈਂ ਰੱਜਿਆ ਰਵਾਂ, ਪਰ ਮੈਂ ਚੋਰੀ ਕਰਕੇ ਨਹੀਂ ਖਾਵਾਂਗਾ। ਜਦੋਂ ਅਸੀਂ ਇਦਾਂ ਦਾ ਮਨ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬਣਾਵਾਂਗੇ ਅਤੇ ਫਿਰ ਪਰਮੇਸ਼ਵਰ ਤੋਂ ਸਾਮਰਥ ਮੰਗੋ ਕਿ ਪ੍ਰਭੂ ਮੈਨੂੰ ਨੇਕ ਇਰਾਦਿਆਂ ਦੇ ਉੱਤੇ ਫਤਿਹ ਦਿਓ, ਮੈਂ ਇਹਨਾਂ ਨੇਕ ਇਰਾਦਿਆਂ ਦੇ ਉੱਤੇ ਫਤਿਹ ਪਾ ਲਵਾਂ, ਇਹ ਇਰਾਦਿਆਂ ਦੇ ਉੱਤੇ ਜਿੱਤ ਪ੍ਰਾਪਤ ਕਰ ਲਵਾਂ, ਇਹਨਾਂ ਇਰਾਦਿਆਂ ਦੇ ਉੱਤੇ ਮਜ਼ਬੂਤੀ ਦੇ ਨਾਲ ਮੈਂ ਖੜਾ ਰਹਿ ਸਕਾਂ, ਕੋਈ ਵੀ ਸਮੱਸਿਆ ਮੈਨੂੰ ਡਾਵਾਡੋਲ ਨਾ ਕਰ ਦੇਵੇ। ਮੈਂ ਤੁਹਾਨੂੰ ਦੱਸਦੀ ਹਾਂ ਪਰਮੇਸ਼ਵਰ ਦੇ ਯਕੀਨ ਦੇ ਵਿੱਚ ਰਹਿੰਦਿਆਂ ਹੋਇਆਂ, ਕਿਉਂਕਿ ਵਚਨ ਦੇ ਵਿੱਚ ਲਿਖਿਆ ਉਹ ਹੱਦੋਂ ਵੱਧ ਅਜ਼ਮਾਇਸ਼ ਤੁਹਾਡੇ ਉੱਤੇ ਭੇਜਦਾ ਨਹੀਂ ਜਿਹਨੂੰ ਤੁਸੀਂ ਸਹਿ ਨਾ ਸਕੋ। ਵਚਨ ਦੇ ਵਿੱਚ ਲਿਖਿਆ ਉਹ ਓਨਾ ਹੀ ਪਰਤਾਵਾ ਸਾਡੇ ਉੱਤੇ ਆਉਣ ਦਿੰਦਾ ਜਿੰਨਾ ਅਸੀਂ ਸਹਿ ਸਕਦੇ ਹਾਂ। ਹੱਦੋਂ ਵੱਧ ਤੁਹਾਡੇ ਉੱਤੇ ਆਉਣ ਨਹੀਂ ਦਿੰਦਾ। ਉਹ ਪਰਤਾਵਾ ਜਿਹਨੂੰ ਤੁਸੀਂ ਸਹਿ ਸਕਦੇ, ਉਹ ਇਸ ਲਈ ਨਹੀਂ ਆਇਆ ਕਿ ਪਰਮੇਸ਼ਵਰ ਜੀ ਤੁਹਾਡੇ ਨਾਲ ਕਰੋਧੀ ਹਨ। ਬਹੁਤ ਵਾਰੀ ਅਸੀਂ ਖਰੀ ਚਾਲ ਚੱਲਦੇ ਹਾਂ, ਪਰ ਅਸੀਂ ਕਿਸੇ ਨਾ ਕਿਸੇ ਟੈਂਪਟੇਸ਼ਨ ਦੇ ਵਿੱਚ ਰਹਿੰਦੇ ਹਾਂ, ਅਜ਼ਮਾਇਸ਼ ਵਿੱਚ ਰਹਿੰਦੇ ਹਾਂ, ਪਰਤਾਵੇ ਵਿੱਚ ਰਹਿੰਦੇ ਹਾਂ। ਇਸ ਲਈ ਨਹੀਂ ਕਿ ਪ੍ਰਭੂ ਸਾਡੇ ਨਾਲ ਨਿਰਾਸ਼ ਹਨ, ਇਸ ਲਈ ਕਿ ਜੇ ਅਸੀਂ ਪਹਿਲੀ ਜਮਾਤ ਦੇ ਇਮਤਿਹਾਨ ਨਹੀਂ ਦੇਵਾਂਗੇ ਤੇ ਦੂਜੀ ਜਮਾਤ ਵਿੱਚ ਕਿੱਦਾਂ ਜਾਵਾਂਗੇ। ਜੇ ਅਸੀਂ ਉਸ ਅਜ਼ਮਾਇਸ਼ ਦੇ ਵਿੱਚ ਪਰਮੇਸ਼ਵਰ ਦੇ ਸਹਾਰਾ ਲਏ ਬਿਨਾਂ ਬਾਹਰ ਨਾ ਨਿਕਲ ਸਕੇ, ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਵੱਡੀ ਸਮੱਸਿਆ ਵਿੱਚੋਂ ਵੀ ਪਰਮੇਸ਼ਵਰ ਸਾਨੂੰ ਕੱਢਣ ਦੀ ਤਾਕਤ ਰੱਖਦਾ ਹੈ। ਜੇ ਤੁਸੀਂ ਬੁਖਾਰ ਦੇ ਵਿੱਚ ਪ੍ਰਾਰਥਨਾ ਕਰਕੇ ਬਾਹਰ ਨਾ ਆ ਸਕੇ ਤੇ ਤੁਸੀਂ ਕਿੱਦਾਂ ਯਕੀਨ ਕਰੋਗੇ ਕਿ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਵੀ ਹਰਾਉਣ ਦੀ ਤਾਕਤ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੈ। ਇਸ ਲਈ ਅਜ਼ਮਾਇਸ਼ਾਂ ਸਾਡੇ ਜੀਵਨ ਦੇ ਵਿੱਚ ਆਉਂਦੀਆਂ ਹਨ ਤਾਂ ਜੋ ਅਸੀਂ ਅਗਲੀ ਪੌੜੀ ਚੜ੍ਹਨਾ ਸਿੱਖ ਲਈਏ। ਜਦੋਂ ਨਿਆਣਾ ਤੁਰਨਾ ਸਿੱਖਦਾ ਆ, ਮਾਪੇ ਉਹਨੂੰ ਪਹਿਲਾਂ ਉਂਗਲਾਂ ਫੜ ਫੜ ਕੇ ਖੜੇ ਕਰਦੇ ਆ, ਫੇਰ ਬਿਠਾ ਦਿੰਦੇ ਆ, ਸਾਹ ਦਵਾਉਂਦੇ ਆ, ਫੇਰ ਖੜੇ ਕਰਦੇ, ਫੇਰ ਸਾਹ ਦਵਾਉਂਦੇ ਆ, ਫੇਰ ਉਹਨੂੰ ਉਂਗਲ ਫੜ ਕੇ ਤੋਰਦੇ ਆ। ਪਹਿਲਾਂ ਦੋ ਪਾਸਿਓਂ ਉਂਗਲ ਫੜਦੇ ਆ, ਫੇਰ ਇੱਕ ਪਾਸਿਓਂ ਫੜਦੇ ਆ। ਕਈ ਵਾਰੀ ਉਹਨੂੰ ਗੜੀਰ ਨਾਲ ਲੈ ਕੇ ਦਿੰਦੇ ਆ ਵੀ ਇਹਦੇ ਸਹਾਰੇ ਤੁਰ। ਪਰ ਐਦਾਂ ਦਾ ਹੁੰਦਾ ਨਹੀਂ ਕਿ ਨਿਆਣਾ ਆਪੇ ਹੀ ਬਹਿੰਦਾ, ਆਪੇ ਹੀ ਉੱਠਦਾ ਤੇ ਫਿਰ ਨੱਠਣ ਲੱਗ ਜਾਂਦਾ, ਕਦੀ ਡਿੱਗਦਾ ਨਹੀਂ। ਕਦੀ ਬੜੀ ਨਿਆਣਾ ਡਿੱਗਦਾ ਆ ਪਰ ਮਾਪਾ ਉਹਨੂੰ ਚੱਕਦਾ ਨਹੀਂ। ਕਾਹਤੇ? ਬਈ ਉਹਨਾਂ ਦਾ ਦਿਲ ਅੱਕ ਗਿਆ ਆ ਉਹਦੇ ਤੋਂ।
नहीं, वो इस करके नहीं चकदा भी जे इनू डिगे नू चक्कन लग गए, इनू पता नहीं लगना कि डिग के दोबारा उठना किद्दां आ। इसे ही तरह जदों असीं परमेश्वर विच चलदे हां, असीं सर्वशक्तिमान परमेश्वर दे धीआं पुत्तर अखवाउने जदों असीं अपने गुनाहां तो तौबा करके वचन दे अनुसार चलदे हां। अते ਉਹ ਸਾਡਾ ਸਰਵ ਸ਼ਕਤੀਮਾਨ ਪਿਤਾ ਕਦੀ ਕਦੀ ਸਾਨੂੰ ਡਿੱਗਣ ਦਿੰਦਾ ਆ ਅਤੇ ਡਿੱਗਦਿਆਂ ਨੂੰ ਆਪੇ ਹੀ ਉੱਠਣ ਦੇ ਲਈ ਸਮਾਂ ਦਿੰਦਾ ਆ। ਆਪੇ ਹੀ ਉੱਠੋ, ਆਪੇ ਹੀ ਜ਼ੋਰ ਲਾਵੋ। ਹਰ ਵਾਰੀ ਜ਼ਰੂਰੀ ਨਹੀਂ ਆ ਕਿ ਪ੍ਰੇਅਰ ਟਾਵਰ ਦੇ ਵਿੱਚ ਫੋਨ ਕਰਕੇ ਹੀ ਆਪਾਂ ਜਿਹੜਾ ਕਹਿਣਾ ਜੀ ਹੱਥ ਵਧਾਇਓ ਸਾਨੂੰ ਚੱਕਿਓ। ਕਈ ਵਾਰੀ ਤੁਸੀਂ ਪ੍ਰੇਅਰ ਟਾਵਰ 'ਚ ਫੋਨ ਕਰਦੇ ਆ ਇਦਾਂ ਹੀ ਆਰਾਮ ਆ ਜਾਂਦਾ ਆ। ਕਈ ਵਾਰੀ ਤੁਸੀਂ 7 ਦਿਨ ਫੋਨ ਕਰਦੇ ਆ ਆਰਾਮ ਨਹੀਂ ਆਉਂਦਾ। उस वेले तुसी एक गल पक्की बन लवो, ਉਹ ਇਹ ਆ कि परमेश्वर जी ने ਤੁਹਾਨੂੰ ਸਮਾਂ ਦਿੱਤਾ, ਤੁਸੀਂ ਡਿੱਗੇ ਆ ਉੱਠਣਾ ਸਿੱਖੋ। ਉਹਦਾ ਮਤਲਬ ਇਹ ਨਹੀਂ ਆ ਕਿ ਹੁਣ ਪ੍ਰੇਅਰ ਟਾਵਰ ਦੀ ਪ੍ਰੇਅਰ ਦੇ ਵਿੱਚ ਤਾਕਤ ਨਹੀਂ ਹੈਗੀ, ਹੁਣ ਯਿਸੂ ਮਸੀਹ ਸੁੱਤੇ ਹੋਏ ਆ, ਉਹ ਤੁਹਾਨੂੰ ਚੰਗਿਆ ਨਹੀਂ ਕਰਨਾ ਚਾਹੁੰਦੇ। ਵਚਨ ਦੇ ਵਿੱਚ ਲਿਖਿਆ ਨਾ ਉਹ ਊਂਘਦਾ ਆ ਨਾ ਉਹ ਸੌਂਦਾ ਆ, ਉਹ ਹਰ ਵੇਲੇ ਤਿਆਰ ਰਹਿੰਦਾ ਆਪਣੇ ਲੋਕਾਂ ਦੀ ਮਦਦ ਦੇ ਲਈ। पर वो इस लिए नहीं काम हो रहा क्योंकि वो तुहानू दूजे दे हत्थां दियां बुरकियां ही खांदे नहीं देखना चाहता। वो चाहता है तुसी अपने हत्थ नाल बुरकी तोड़ो ते खाओ। कद तिकर असी दुध पींदे बच्चे बने रहांगे? कद तिकर कोई सानू बोतल विच दुध पा के फड़ावेगा? कदों असी अपने हत्थां नाल खाना सीखांगे? कदों असी जवान होवांगे? कदों असी अपनियां लड़ाइयां लड़ांगे ते फतेह पावांगे? कदों असी इनाम जित के अपने पिता नू दिखावांगे देखो मैं विजयी हो गया हां। हुण जरूरत आ, अज परमेश्वर ने सानू नुस्खा दिता आ, सानू एक टोटका दिता आ, एक रेसिपी दिती आ, तौबा दी रेसिपी। किद्दां असी तौबा करनी आ, किद्दां असी अपने गुनाहां तो छुटना आ। जदों ही भैड़ियां चीज़ां मन विच आउण उदों ही उन्हां नूं कढ दिओ। कहो हे मेरे मन, तेरे अंदर भैड़ियां चीज़ां लई कोई जगह नहीं आ, तेरे अंदर तां परमेश्वर दीयां चीज़ां भरियां होईयां आ, तू इन्हां चीज़ां नूं नहीं लैणा। जदों समस्यावां आउण अपने मूँह नाल डिक्लेयर करो मेरे जीवन दे विच समस्या लई कोई जगह नहीं आ, मेरे जीवन विच तां परमेश्वर ने बरकतां दी मोहर लाई होई आ, मैं समस्यावां नूं नहीं लवांगा, मैं तां परमेश्वर दीयां बरकतां नूं लवांगा। जदों चोरी करन दा मन करे उदों ही तुसी उस इरादे नूं कहो मैं चोर नहीं हाँ, क्योंकि चोर नाश करदा है, मेरे उत्ते तो उहदा मसा ठहरिया, मैनू तो परमेश्वर ने रोगियां नूं चंगे करन लई खड़े कीता, लोकां दे विचों चोरी दे आत्मे कड्ढण दे लई खड़े कीता। मेरे घर नूं चोरी दे पैसे नाल चलाउण दी जरूरत नहीं पवेगी, बादशाहां दा बादशाह मेरा पिता ते मैं राजकुमार ते राजकुमारी हाँ। डिक्लेयर करो, अपनी विक्ट्री नू डिक्लेयर करो, अपनी जित नू जिहड़ा आ ओ बोलो, अपनी जित दी अनाउंसमेंट करो लोकां दे विच। असी फतेह पाए होए आ, हाय असी मर गए, साडे गोडे नहीं ठीक होए, साडे गिट्टे विंगे ही आ, असी टुंडे ही आ, असी भुखे ही आ, नियाणे रोई जांदे आ, वीजे नहीं लगन डे, डॉक्टर नहीं लभदा, पादरी नहीं सुणदा, फोन नहीं लगदा, फोन नहीं चकदे, कमाल हो गई आ। वचन दे विच लिखिया मनुखां ते भरोसा रखण दे नालों परमेश्वर दे उत्ते भरोसा रखना भला है। ना उहदा फोन बिजी आवेगा ना अंगेज आवेगा, ओ हर वेले तुहाडा फोन चुकेगा ते तुहानू जवाब देवेगा। निराश ना होवो, दृढ़ रवो, कदी निराश ना होवो। जदों तुसी निराश हो के साडे कोल कंप्लेन्स लैके आउंदे प्रेयर टावर दे विच जी फोन नहीं लगदा, उत्थे जदों देखो बिजी आउंदा, जदों बिजी आउंदा अपने लिए तां प्रार्थना करो ही, गोडे टेक के भी प्रार्थना करो प्रभु जिन्नियां ने मेरे वर्गे दुखी उत्थे फोन ला के फोनां नूं बिजी कीता सी, मेरे उत्ते भी कृपा करो, उन्हां उत्ते भी कर दिओ। की तुहाडी प्रार्थना दे नाल परमेश्वर जी गुस्से हन? नहीं, धर्मी जन दी प्रार्थना व्यर्थी नहीं जांदी। जरूरत है असी ओदी धार्मिकता दे विच आईए, क्योंकि उन्हें सानू अपनी धार्मिकता दे नाल गुनाहां तो छुड़ा के धर्मी बनाया है। हालेलुया।
ਯਿਸੂ ਮਸੀਹ ਇਸ ਦੁਨੀਆ ਵਿੱਚ ਆਏ ਹੀ ਸਾਨੂੰ ਬਚਾਉਣ ਦੇ ਲਈ, ਆਏ ਹੀ ਸਾਨੂੰ ਛੁਡਾਉਣ ਦੇ ਲਈ। ਇਹ ਰੋਣੇ ਧੋਣੇ ਤਾਂ ਚੱਲਦੇ ਰਹਿਣਗੇ ਅਤੇ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਮੁੱਕ ਵੀ ਜਾਣਗੇ, ਪਰ ਇਹ ਨਾ ਹੋਵੇ ਕਿ ਵੈਰੀ ਜਿਹੜਾ ਚੋਰੀ ਕਰਨ ਦੇ ਲਈ ਆਇਆ ਉਹ ਸਾਡੀ ਅਸਲ ਚੀਜ਼ ਨੂੰ ਚੋਰੀ ਕਰਕੇ ਲੈ ਜਾਵੇ। ਉਸ ਅਸਲ ਚੀਜ਼ ਦੀ ਰਾਖੀ ਕਰੋ, ਉਹ ਹੈ ਸਾਡਾ ਆਤਮਾ। ਕਿਤੇ ਉਹ ਸਾਡੇ ਆਤਮਾ ਦੀ ਜਿਹੜੀ ਅੰਦਰਲੀ ਚੀਜ਼ ਆ ਉਹਨੂੰ ਚੋਰੀ ਕਰਕੇ ਨਾ ਲੈ ਜਾਵੇ। ਇਸ ਲਈ ਹਮੇਸ਼ਾ ਇਹਦੀ ਨਿਗਹਿਬਾਨੀ ਕਰੋ, ਵੱਡੀ ਚੌਕਸੀ ਦੇ ਨਾਲ ਕਰੋ, ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖੋ, ਉਹਦੇ ਉੱਤੇ ਵਿਸ਼ਵਾਸ ਕਰਕੇ ਪ੍ਰਾਰਥਨਾਵਾਂ ਦੇ ਵਿੱਚ ਬਣੇ ਰਹੋ, ਆਪਣੇ ਗੁਨਾਹਾਂ ਤੋਂ ਤੌਬਾ ਕਰੋ ਅਤੇ ਆਪਣੇ ਗੁਨਾਹਾਂ ਦੇ ਲਈ ਆਪਣੀ ਜ਼ਿੰਦਗੀ ਦੇ ਬੂਹੇ ਭੇੜ ਦਿਓ। ਪਰਮੇਸ਼ਵਰ ਦੀ ਕਿਰਪਾ, ਉਸ ਦੀ ਬਰਕਤ ਤੇ ਸਲਾਮਤੀ ਹਮੇਸ਼ਾ ਸਾਰਿਆਂ ਦੇ ਨਾਲ ਬਣੀ ਰਵੇ। ਆਮੀਨ। जिन्ने भी परिवार अज प्रभु जी की परम ते पवित्र हजूरी दे विच आए हैं, आप सब जी नूं प्यार भरी जय मसीह दी। मेरे तो पहला प्रचारक ने पाप दे उत्ते बड़ा ही जबरदस्त मैसेज दिता है। हत्थां दे नाल कीते जाण वाले गुनाह ते सोचां दे नाल कीते जाण वाले गुनाह दे बारे गल हो रही सी। कहंदा पापां दी दुआ यीशु दिंदा है बीमारां नूं, आजो मेरे कोल आवाज़ां मारे गुनाहगारां नूं। अज सब तो वड्डी जिहड़ी मुसीबत इंसान दी है वो है खुदा दे चरनां दे विच बैठना। खुदा दे चरनां दे विच बैठना बड़ा ही मुश्किल काम है, और बहुते परिवार तां इत्थे आके भी उन्हां दे कोल बैठना बड़ा मुश्किल हुंदा है। मैं वेख रहा सी बहुत सारे सज्जन बड़ी मुश्किल दे नाल बैठे हुए ने। मैं तां कहना उहदा शुक्रगुजार करना चाहिदा कि उन्हें आपां नूं हिम्मत दी है, यदि बख्शिश है उस परमात्मा की कि असी बैठ सकते हैं। मैं बहुत सारे लोगों को जानता हाँ जेड़े इदां दी समस्या दे विच हन, बीमारी दे विच हन, जेड़े बैठ ही नहीं सकते। दो दो तीन तीन बंदे उन्होंने बिठाउण दे लई मगर रजाइयां रखण दे लई व्यस्त रहिंदे ने। असी किन्ने खुश नसीब हां जेड़े उसकी हजूरी दे विच आके बैठते हैं। और मैं इसे ही मैसेज का एक थोड़ा जिहा हिस्सा आप जी दे नाल साझा करना चाहना, उस तो बाद प्रार्थना की जाएगी। आओ असीं परमेश्वर दे पवित्र वचन नूं कुछ समय लई देखिए। Let us see the word of God for some time. अते जबूर जिहड़ा है उहदे विच एक आयत है ਜਿਹੜੀ 51 नंबर अध्याय अते उस दी 2 नंबर पंक्ति दे विच लिखी हुई है। Psalm 51 verse 2 we will be going through and seeing what it says. उत्थे लिखिया है मेरी बदी तो मैनू चंगी तरह धो। It says over there that wash me of all my sins in a good way अते मेरे पाप तो मैनू शुद्ध कर, and just purify me from all my sins. प्रार्थना परमेश्वर दी हजूरी दे विच करन तो पहला, Before praying in the presence of God Almighty, जब तुसी परमेश्वर दी हजूरी दे विच प्रार्थना करदे हो, and when you pray in the presence of God, उस तो पहला परमेश्वर दे चरणां दे विच एक प्रार्थना करना बहुत जरूरी है। it's an important thing to pray in the presence of God first. भावें तुसी किसी भी देश दे विच रहंदे हो, You might be staying in any sort of किसी भी country, समाज दे विच रहंदे हो, any sort of society you might be अते staying तुसी किसी भी तरह दी सिक्ख्या नूं प्राप्त कीता है। in. You might have had received any kind of
teaching. ਪਰ ਬਾਈਬਲ ਇਦਾਂ ਦੱਸਦਾ ਹੈ But the Bible says ਪਰਮੇਸ਼ਰ ਤੁਹਾਡੀ ਅਰਦਾਸ ਨੂੰ ਉਦੋਂ ਸੁਣਦੇ ਹਨ God listens to your prayers at that time. ਪਰਮੇਸ਼ਰ ਉਦੋਂ ਤੁਹਾਨੂੰ ਆਪਣਾ ਉੱਤਰ ਭੇਜਦੇ ਹਨ God sends his answers to you when ਤੁਸੀਂ ਪਰਮੇਸ਼ਰ ਨੂੰ ਇਹ ਗੱਲ ਕਹਿੰਦੇ ਹੋ ਕਿ ਮੈਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇ you tell to the Lord, God, wash me, clean me. ਹਰ ਬੰਦੇ ਦੇ ਜ਼ਿੰਦਗੀ ਦੇ ਵਿੱਚ ਬਦੀਆਂ ਨੇ In every person's life there is a sin. ਹਰ ਬੰਦਾ ਇੱਕ ਦੂਸਰੇ ਤੋਂ ਵੱਧ ਕੇ ਬਦੀ ਕਰਦਾ ਹੈ And every person sin more than the other one. ਉਹਨਾਂ ਬਦੀਆਂ ਨੂੰ ਪਰਮੇਸ਼ਰ ਦੇ ਸਾਹਮਣੇ ਅੱਜ ਰੱਖਣਾ ਹੈ We need to keep that evil things that we do in front of God. ਖੁਦਾ ਦੇ ਅੱਗੇ ਅਰਦਾਸ ਕਰਨੀ ਹੈ ਖੁਦਾ ਮੇਰੇ ਗੁੱਝੇ ਪਾਪ And pray in the presence of God my deep sins. ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਪਾਪ ਜਿਹੜੇ ਦੁਨੀਆ ਨੂੰ ਪਤਾ ਨਹੀਂ ਕਿ ਕੀ ਪਾਪ ਕਰਦੇ ਨੇ And some have sins of which world does not know about. ਪਰ ਜਿਹੜੇ ਗੁੱਝੇ ਪਾਪ ਨੇ But the one that are hidden ਛੁਪੇ ਹੋਏ ਪਾਪ ਨੇ the hidden sins. ਅੱਜ ਬਾਈਬਲ ਉਹਨਾਂ ਦੀ ਗੱਲ ਵੀ ਕਰਦਾ ਹੈ Bible is talking about their sins. ਅੱਜ ਅਸੀਂ ਉਸ ਖੁਦਾ ਨੂੰ ਕਹਿਣਾ ਹੈ We need to say to the God, ਹੈ ਮੇਰੇ ਪਰਮੇਸ਼ਰ ਹੈ ਮੇਰੇ ਰੱਬਾ Oh my Lord, oh my God, ਮੇਰੇ ਛੁਪੇ ਹੋਏ ਪਾਪ ਵੀ ਬਖਸ਼ ਦੇ ਮੈਨੂੰ oh forgive me all my hidden sins too. ਬਹੁਤ ਸਾਰੇ ਪਾਪ ਨੇ ਜਿਹੜੇ ਸਿਰਫ ਤੁਹਾਨੂੰ ਪਤਾ ਨੇ Oh some sins are there which you alone know. ਇਸ ਕਰਕੇ ਅੱਜ ਅਸੀਂ ਪਰਮੇਸ਼ਰ ਦੇ ਅੱਗੇ ਅਰਦਾਸ ਕਰਨੀ ਹੈ So we will be praying today in the presence of God. ਆਓ ਅੱਜ ਅਸੀਂ ਤੁਹਾਡੀ ਚੰਗਿਆਈ ਦੇ ਲਈ ਅਰਦਾਸ ਕਰੀਏ Come, we will be praying for you for your healing. ਕਿਉਂਕਿ ਪਰਮੇਸ਼ਰ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ For it is written in the word of God ਅਤੇ ਜਦੋਂ ਤੁਸੀਂ ਦੂਜਿਆਂ ਲਈ ਪ੍ਰਾਰਥਨਾ ਕਰੋਗੇ that when you will pray for others ਅਤੇ ਮੇਰੇ ਨਾਂ ਦੇ ਵਿੱਚੋਂ ਲੋਕ ਚੰਗੇ ਹੋ and ਜਾਣਗੇ in my name people will be healed. ਮੈਂ ਦੇਖਣਾ ਚਾਹਨਾ ਕਿੰਨੇ ਲੋਕ ਇੱਥੇ ਬਿਮਾਰ ਨੇ ਆਪਣਾ ਹੱਥ ਖੜਾ ਕਰੋ And I would like to see how many are at the ਜਿਹੜੇ ਆਪਣੀ ਮੁਸੀਬਤ ਦੇ ਵਿੱਚ ਫਸੇ ਆਪਣਾ ਹੱਥ ਖੜਾ ਕਰੋ who are jumbled up in their problems. ਆਓ ਅੱਜ ਤੁਹਾਡੇ ਲਈ ਅਸੀਂ ਅਰਦਾਸ ਕਰਾਂਗੇ God, we will be praying for you all. ਔਰ ਮੈਂ ਵਿਸ਼ਵਾਸ ਕਰਦਾ ਹਾਂ And I believe that ਯਿਸੂ ਨਾਸਰੀ ਦੇ ਜ਼ਿੰਦਾ ਨਾਂ ਦੇ ਵਿੱਚ in the living name of Jesus Christ of ਅੱਜ ਤੋਂ Nazareth, ਹੀ ਤੁਹਾਡੀਆਂ ਮੁਸੀਬਤਾਂ ਦਾ ਸਮਾਧਾਨ ਸ਼ੁਰੂ ਹੋ ਜਾਏਗਾ today also your problems will be rectified. ਤੁਸੀਂ ਅੱਜ ਤੋਂ ਹੀ ਆਪਣੀ ਜ਼ਿੰਦਗੀ ਦੇ ਅੰਦਰ ਇੱਕ ਨਵੀਂ ਉਮੰਗ ਨੂੰ ਦੇਖੋਗੇ And you will see a new sort of freshness in your life. ਅਤੇ ਅੱਜ ਹੀ ਤੁਸੀਂ ਆਪਣੇ ਉਹ ਸਾਰੇ ਜਿਹੜੇ ਪਾਪ ਨੇ ਪਰਮੇਸ਼ਵਰ ਦੇ ਕੋਲ ਉਹਨਾਂ ਦਾ ਮੰਨ ਕੇ ਇਕਰਾਰ ਕਰਨਾ ਹੈ And this repentance of your sins from the God and to just obey that. ਅਤੇ ਮੈਂ ਅੱਜ ਇਹ ਉਮੀਦ ਕਰਦਾ ਹਾਂ And I do hope that ਪਰਮੇਸ਼ਵਰ ਤੁਹਾਡੇ ਗੁਨਾਹਾਂ ਨੂੰ ਮਾਫ ਕਰੇਗਾ God will forgive you of all your sins. ਤੁਹਾਡੇ ਗੁਨਾਹ ਮਾਫ ਕੀਤੇ ਜਾਣਗੇ And your sins will be forgiven to you. ਅਤੇ ਤੁਸੀਂ ਪਰਮੇਸ਼ਵਰ ਦੇ ਹਜ਼ੂਰੋਂ ਇੱਕ ਨਵੀਂ ਆਸ਼ੀਸ਼ ਨੂੰ ਪਾਓਗੇ And you will receive from God a new blessing. ਅੱਜ ਇਹ ਫੈਸਲਾ ਕਰੋ ਕਿ ਮੈਂ ਇੱਕ ਨਵਾਂ ਜੀਵਨ ਸ਼ੁਰੂ ਕਰਨਾ ਹੈ Be determined today I need to start a new life. ਅਤੇ ਜਦੋਂ ਤੁਸੀਂ ਇਹ ਨਵਾਂ ਜੀਵਨ ਸ਼ੁਰੂ ਕਰੋਗੇ And when you start a new life today, ਪਰਮੇਸ਼ਵਰ ਦੀ ਆਸ਼ੀਸ਼ ਨੂੰ ਆਪਣੇ ਉੱਤੇ ਦੇਖੋਗੇ you will see the blessing of God upon you. ਅਤੇ ਜਿਵੇਂ ਜਿਵੇਂ ਇਹ ਸਮਾਂ ਅੱਗੇ ਵਧੇਗਾ And the time at this passes on by. ਉਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਤੁਹਾਨੂੰ ਬਦਲਦੀ ਹੋਈ ਨਜ਼ਰ And ਆਏਗੀ you will be seeing your life being ਅੱਜ ਇੱਕ changed. ਗੱਲ ਮੈਂ ਇਹ ਦਾਅਵੇ ਨਾਲ ਕਹਿਣੀ ਚਾਹੁੰਦਾ ਹਾਂ And with a firmity I would like to tell you all. ਜਿਹੜਾ ਵੀ ਵਿਅਕਤੀ ਸੱਚੇ ਦਿਲ ਤੋਂ ਅਰਦਾਸ ਕਰਦਾ ਹੈ Anybody who just prays with a pure heart, ਪਰਮੇਸ਼ਰ ਉਸ ਦੀ ਅਰਦਾਸ ਨੂੰ ਸੁਣਦੇ ਹਨ God listens to his prayer. ਅਤੇ ਅੱਜ ਪਰਮੇਸ਼ਰ ਤੁਹਾਡੇ ਮੁਖ ਚੋਂ ਨਿਕਲੀ ਅਰਦਾਸ ਨੂੰ ਸੁਣਨਾ ਚਾਹੁੰਦੇ ਹਨ And God wants to listen to the prayer from your lips. ਅਤੇ ਜਦੋਂ ਤੁਸੀਂ ਅੱਜ ਪ੍ਰਾਰਥਨਾ ਕਰੋਗੇ And when you will pray today, ਉਸੇ ਵੇਲੇ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਸੁਣ ਲੈਣਗੇ that very moment God will listen to your prayer. ਤੁਸੀਂ ਜਾਣਦੇ ਹੋ ਇੰਨਾ ਲੰਮਾ ਸਮਾਂ ਪ੍ਰਾਰਥਨਾ ਦੇ ਵਿੱਚ ਕਿਉਂ ਜਾਂਦੇ ਹਾਂ ਆਪਾਂ Do you know why we go so much of time in prayer? ਲਗਭਗ 3 ਘੰਟੇ ਹੋ ਗਏ ਅਸੀਂ ਇੱਥੇ ਪ੍ਰਾਰਥਨਾ ਦੇ ਵਿੱਚ ਇਕੱਠੇ ਹੋਏ ਹਾਂ And it has been about 3 hours we have been assembled in this prayer. ਕਿਉਂ ਜ਼ਿਆਦਾ ਲੰਮਾ ਸਮਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠਣਾ ਚਾਹੀਦਾ ਹੈ Why you need to stay in the presence of God for more time? ਤਾਂ ਕਿ ਪਰਮੇਸ਼ਵਰ ਦੇ ਨਾਲ ਤੁਹਾਡਾ ਕਨੈਕਸ਼ਨ ਬਿਲਡ ਹੋ ਜਾਏ So that you build up a connection with the God of yours. ਤੁਹਾਡਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਜੁੜ ਜਾਏ And you bind a relationship with God. ਇਸ ਕਰਕੇ ਉਸ ਨੂੰ ਸਮਾਂ ਚਾਹੀਦਾ ਹੈ So that needs time. ਅਤੇ ਮੈਂ ਬੇਨਤੀ ਕਰਦਾ ਹਾਂ ਕਿ ਆਓ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਕਰ ਖੜੇ ਹੋ ਜਾਈਏ And I would like to request, let us all stand in the presence of God Almighty. ਤੇ ਸਾਰੇ ਜਨ ਖੁਦਾ ਦੀ ਹਜ਼ੂਰੀ ਦੇ ਵਿੱਚ ਖੜੇ ਹੋ ਜਾਈਏ Let all people stand in the presence of God. ਅਸੀਂ ਤੁਹਾਡੇ ਵਾਸਤੇ ਪ੍ਰਾਰਥਨਾ ਸ਼ੁਰੂ ਕਰਨ ਵਾਲੇ ਹਾਂ And we are about to start a prayer for you. ਅਤੇ ਜਿਨ੍ਹਾਂ ਅੱਜ ਇਹ ਵਿਸ਼ਵਾਸ ਕਰ ਲੈਣਗੇ And all who will believe today, ਅੱਜ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਫਤਿਹ ਪਾ ਲੈਣਗੇ they will be winners in the name of Jesus Christ. ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹਨਾਂ ਦੀਆਂ ਮੁਸੀਬਤਾਂ ਦਾ ਸਮਾਧਾਨ ਹੋ ਜਾਏਗਾ And they will be having the answers of all their troubles. ਭਾਵੇਂ ਉਹਨਾਂ ਦੇ ਬੱਚਿਆਂ ਦੀ ਸਮੱਸਿਆ ਹੈ They might be having the problem of the children ਕਾਰੋਬਾਰ ਦੀ ਸਮੱਸਿਆ ਹੈ or their
occupation, ਭਾਵੇਂ ਉਹਨਾਂ ਦੀ ਬਿਜ਼ਨਸ ਦੀ ਸਮੱਸਿਆ or ਹੈ, it might be a problem of business. ਭਾਵੇਂ ਉਹਨਾਂ ਦੀ ਆਪਣੀ ਬਾਡੀ ਦੇ ਵਿੱਚ ਸਮੱਸਿਆ ਹੈ, They might be having a problem in their bodies. ਹਰ ਇੱਕ ਵਿਅਕਤੀ ਜਿਹੜਾ ਹੈ Every person who ਅੱਜ is ਯੀਸ਼ੂ ਮਸੀਹ ਦੇ ਨਾਂ 'ਚ ਆਪਣੇ ਮਨ ਦੀ ਸ਼ਾਂਤੀ ਨੂੰ ਪਾਏਗਾ will receive the peace of mind of theirs, ਅਤੇ ਉਹ ਆਪਣੀਆਂ ਮੁਸੀਬਤਾਂ ਤੋਂ ਆਜ਼ਾਦ ਕੀਤਾ ਜਾਏਗਾ, and he will be delivered from all his ਉਹ ਆਪਣੀਆਂ troubles, ਬਿਮਾਰੀਆਂ ਤੋਂ ਛੁਡਾਇਆ and ਜਾਏਗਾ। he will be delivered from his old sickness. ਆਓ ਆਪਣੇ ਹੱਥਾਂ ਨੂੰ ਇੱਕ ਵਾਰ ਜੋੜ ਲਈਏ, Let us all fold our hands. ਆਪਣੇ ਹੱਥਾਂ ਨੂੰ ਜੋੜੀਏ, Let us all fold our hands ਆਪਣੀ ਅੱਖਾਂ ਨੂੰ ਬੰਦ ਕਰੀਏ, and close up our eyes ਮੇਰੇ ਨਾਲ ਇਸ ਤਰ੍ਹਾਂ ਬੋਲਣਾ ਸ਼ੁਰੂ ਕਰੀਏ and start talking with me ਅਤੇ ਬੋਲੋ, ਪ੍ਰਭੂ ਯੀਸ਼ੂ ਜੀ, and say, "Oh Lord Jesus, ਮੈਂ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦਾ ਹਾਂ, I come in your presence ਮੈਂ ਤੁਹਾਨੂੰ ਆਪਣਾ ਮੁਕਤੀਦਾਤਾ ਸਵੀਕਾਰ ਕਰਦਾ ਹਾਂ, and I affirm you as my Savior. ਮੇਰੇ ਪਾਪ ਮੈਨੂੰ ਮਾਫ ਕਰੋ, Forgive me of all my sins. ਮੇਰੀਆਂ ਬਦੀਆਂ ਮੈਨੂੰ ਮਾਫ ਕਰੋ, Forgive me of all the evils that I have done, ਮੈਨੂੰ ਆਪਣੇ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ, and make me pure and wash me of all my with your ਮੈਂ blood. ਸਵੀਕਾਰ ਕਰਦਾ ਹਾਂ And I confess that ਤੁਸੀਂ ਮੇਰੇ ਪਰਮੇਸ਼ਵਰ ਹੋ, you are my God. ਮੈਂ ਅੱਜ ਐਲਾਨ ਕਰਦਾ ਹਾਂ And I pronounce today, ਯੀਸ਼ੂ ਮਸੀਹ ਮੇਰਾ ਮੁਕਤੀਦਾਤਾ ਹੈ। Jesus Christ is my Savior. ਪ੍ਰਭੂ ਯੀਸ਼ੂ ਜੀ, Lord Jesus, ਮੇਰੇ ਦਿਲ ਵਿੱਚ ਆ ਜਾਓ, come in my heart. ਮੈਨੂੰ ਸੰਭਾਲੋ, Oh, take care of me. ਮੇਰੇ ਤੇ ਕਿਰਪਾ ਕਰੋ, Oh, have grace upon me. ਤੁਸੀਂ ਸਵਰਗਾਂ ਨੂੰ ਛੱਡ ਕੇ ਆਏ You left the heaven and came ਤਾਂ ਕਿ ਮੈਂ ਪਾਪੀ ਬਚਾਇਆ ਜਾਵਾਂ। so that I, a sinner, be saved. ਮੈਂ ਯਕੀਨ ਕਰਦਾ ਹਾਂ And I believe ਅੱਜ ਮੇਰੀ ਪ੍ਰਾਰਥਨਾ ਤੁਹਾਡੀ ਹਜ਼ੂਰੀ ਵਿੱਚ ਆਏਗੀ that my prayer today will come into your presence, ਅਤੇ ਤੁਸੀਂ ਆਪਣੀ ਦਇਆ ਮੇਰੇ ਤੇ ਕਰੋਗੇ, and you will pour down your mercy upon me, ਮੇਰੀ ਜ਼ਿੰਦਗੀ ਬਦਲ ਜਾਏਗੀ। and my life will change. ਹੇ ਰੱਬਾ, Oh God, ਮੇਰੀ ਜ਼ਿੰਦਗੀ ਬਦਲ ਦਿਓ change my life ਆਪਣੇ ਪੁੱਤਰ ਪ੍ਰਭੂ ਯੀਸ਼ੂ ਜੀ ਦੇ ਵਸੀਲੇ ਨਾਲ, through your Son, my Savior, Lord Jesus ਜੋ Christ, ਮੇਰਾ ਮੁਕਤੀਦਾਤਾ ਹੈ। who is my Savior. ਪ੍ਰਭੂ ਯੀਸ਼ੂ ਜੀ, Oh Jesus Christ, ਪ੍ਰਭੂ ਯੀਸ਼ੂ ਜੀ, oh Lord Jesus, ਮੇਰੇ ਤੇ ਦਇਆ ਕਰੋ, have mercy upon me. ਪਲੀਜ਼ ਦਇਆ ਕਰੋ, Please have mercy. ਕਿਰਪਾ ਕਰੋ ਪ੍ਰਭੂ ਜੀ, Oh, have grace, O Lord. ਮੇਰੇ ਤੇ ਕਿਰਪਾ ਕਰੋ, Oh, have grace, O Lord. ਮੇਰੀ ਮਦਦ ਕਰੋ, And help me. ਮੇਰੀ ਮਦਦ ਕਰੋ ਪ੍ਰਭੂ। Help me. ਮੈਂ ਉਦਾਸ ਹੋ ਗਿਆ ਹਾਂ, I have been saddened. ਮੈਂ ਥੱਕ ਚੁੱਕਾ And ਹਾਂ, I've got weary. ਮੈਂ ਹਾਰ ਚੁੱਕਾ ਹਾਂ, And I've got been defeated. ਅੱਜ ਮੇਰੀ ਜਿੱਤ ਬਣ ਜਾਓ। Be my victory. ਪ੍ਰਭੂ ਯੀਸ਼ੂ ਮੇਰੀ ਜਿੱਤ ਬਣ ਜਾਓ Jesus, be my victory. ਅਤੇ ਅੱਜ ਮੇਰੇ ਤੇ ਕਿਰਪਾ ਕਰੋ, And have grace today upon me. ਮੈਨੂੰ ਆਪਣੇ ਵਰਦਾਨਾਂ ਦੇ ਨਾਲ ਭਰ ਦਿਓ ਪ੍ਰਭੂ And ਜੀ। fill me with your gifts. ਮੈਂ ਨੇਚਾ ਦੇ ਵਰਦਾਨ ਨਾਲ ਭਰ ਜਾਵਾਂ, I've been filled with the gift of ਮੈਂ faith. ਨੇਚਾ ਦੇ ਵਰਦਾਨ ਨਾਲ ਭਰ ਜਾਵਾਂ। I've been filled with the faith. ਮੇਰੀ ਮਦਦ ਕਰੋ Help me out. ਅਤੇ ਜਿੰਨੇ ਵੀ ਮੇਰੀ ਬਾਡੀ ਦੇ ਅੰਗ ਖਰਾਬ ਹੋਏ ਨੇ ਅੱਜ ਯੀਸ਼ੂ ਦੇ ਨਾਂ 'ਚ ਠੀਕ ਹੋ ਜਾਣ। And all the damaged parts of my body be healed in the name of Jesus Christ. ਮੈਂ ਨੇਚਾ ਕਰਦਾ ਹਾਂ And I believe ਜਿਹੜੇ ਅੱਖਰਾਂ ਦਾ ਮੈਂ ਇਸਤੇਮਾਲ ਕੀਤਾ ਹੈ the words that I have used, ਉਹਨਾਂ ਦੇ ਦੁਆਰਾ ਮੈਂ ਆਪਣੀ ਆਸ਼ੀਸ਼ ਨੂੰ ਪਾਉਂਦਾ ਹਾਂ through them I receive my blessing. ਯੀਸ਼ੂ ਮਸੀਹ ਦੇ ਨਾਮ ਵਿੱਚ। In the name of Jesus Christ. ਆਮੇਨ, Amen. ਆਮੇਨ, Amen. ਹਾਲੇਲੂਇਆ। Hallelujah. ਤੁਹਾਨੂੰ ਪਤਾ ਅੱਜ ਬਹੁਤ ਸਾਰੇ ਲੋਕ ਯੀਸ਼ੂ ਮਸੀਹ ਦੇ ਨਾਂ 'ਚ ਇਸ ਪ੍ਰਾਰਥਨਾ ਦੇ ਨਾਲ ਇਦਾਂ ਹੀ ਠੀਕ ਹੋਣ ਵਾਲੇ ਆ। Oh, people are going to be healed just as a snap of a finger today by this prayer. ਕਿੰਨੇ ਜਾਣੇ ਅੱਜ ਵਿਸ਼ਵਾਸ ਕਰਦੇ ਹਨ And how many of you believe ਕਿ ਅੱਜ ਉਹ ਇਦਾਂ ਹੀ ਠੀਕ ਹੋਣ ਵਾਲੇ ਆ? that they are going to just be healed just like that? ਹਾਲੇਲੂਇਆ। Hallelujah. ਉੱਚੀ ਆਵਾਜ਼ ਦੇ ਵਿੱਚ ਬੋਲੋ ਕਿ ਮੈਂ ਨੇਚਾ ਕਰਦਾ ਹਾਂ With a loud voice say, I believe ਯੀਸ਼ੂ ਮਸੀਹ ਦੇ ਨਾਂ ਦੇ ਵਿੱਚ। in the name of Jesus Christ. ਅੱਜ ਮੇਰੀਆਂ ਸਾਰੀਆਂ ਮੁਸੀਬਤਾਂ ਦਾ ਸਮਾਧਾਨ ਹੋ And ਜਾਏਗਾ। I will be having the answers of all my troubles.
मैं विश्वास करदा हां। I believe. बाइबल ਦੇ ਵਿੱਚ ਲਿਖਿਆ ਹੈ It is written in the Bible. ਨੇਚਾ ਕਰਨ ਵਾਲਿਆਂ ਦੇ ਲਈ ਸਭ ਕੁਝ ਹੋ ਜਾਏਗਾ। All things are possible for the ones who believe. ਅਤੇ ਅੱਜ ਮੈਂ ਨੇਚਾ ਕਰਦਾ ਹਾਂ And I believe today ਯਿਸੂ ਮਸੀਹ ਦੇ ਨਾਮ ਦੇ ਵਿੱਚ। in the name of Jesus Christ. ਮੈਂ ਇੱਥੇ ਕੁਝ ਲੋਕਾਂ ਨੂੰ ਵੇਖ ਰਿਹਾ ਹਾਂ And I see some people over here, ਜਿਹੜੇ ਆਪਣੀ ਜ਼ਿੰਦਗੀ ਦੇ ਵਿੱਚ ਉਦਾਸ ਹੋ ਚੁੱਕੇ ਹਨ। those who have been sorrowed in their life. ਐਸੇ ਹੀ ਹਫ਼ਤੇ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਵੱਡੀ ਖੁਸ਼ੀ ਦੀ ਖਬਰ ਮਿਲਣ ਵਾਲੀ ਹੈ। This very week they will be getting a news of a big happiness. ਹਾਲੇਲੂਇਆ। Hallelujah. ਓ ਹਾਲੇਲੂਇਆ। Hallelujah. Thank you, Jesus. सब गाइए। असली काम शुरू हो चुका है। The real work has to start. ਅਤੇ ਅੱਜ ਯਿਸੂ ਮਸੀਹ ਦੇ ਨਾਮ 'ਚ ਤੁਸੀਂ ਆਪਣੀ ਜਿੱਤ ਨੂੰ ਪਾ ਰਹੇ ਹੋ। And today in the name of Jesus you are being given the victory. ਤੇ ਮੈਂ ਬਹੁਤ ਸਾਰੇ ਲੋਕਾਂ ਨੂੰ ਅੱਜ ਤੁਰੰਤ ਆਪਣੀ ਚੰਗਿਆਈ ਦੇ ਵਿੱਚ ਉਤਰਦੇ ਹੋਏ ਦੇਖ ਰਿਹਾ ਹਾਂ। And I see many people getting down into their healing suddenly. ਕਿਉਂਕਿ ਮੈਂ ਵਿਸ਼ਵਾਸ ਕਰਦਾ ਕਿ ਯਿਸੂ ਮਸੀਹ ਦੇ ਨਾਮ 'ਚ ਹਰੇਕ ਵਿਅਕਤੀ ਚੰਗਾ ਕੀਤਾ ਜਾਂਦਾ ਹੈ। For I believe that every person is being healed in the name of Jesus Christ. ਕੋਈ ਵਿਅਕਤੀ ਆਪਣੇ ਕੋਰਟ ਕੇਸ ਨੂੰ ਲੈ ਕੇ ਬਹੁਤ ਚਿੰਤਤ ਹੈ। A man, some person is very much worried about the court case. ਪਵਿੱਤਰ ਆਤਮਾ ਦੀ ਆਵਾਜ਼ ਮੈਨੂੰ ਇਸ ਤਰ੍ਹਾਂ ਕਹਿ ਰਹੀ ਹੈ। And the voice of the Holy Spirit is telling me like this. ਮੈਂ ਤੁਹਾਨੂੰ ਇਹ ਗੱਲ ਕਹਾਂ That I should tell you. ਵੀ ਜੱਜ ਮੈਂ ਹਾਂ। That I am the judge. ਮੈਂ ਤੇਰਾ ਨਿਆਂ ਕਰਾਂਗਾ। That I will judge you. ਤੂੰ ਡਰਨਾ। Do not be so. ਮੈਂ ਤੇਰੇ ਪੱਖ ਵਿੱਚ ਖੜਾ ਹਾਂ। Oh, I am standing in your favor. ਜਦ ਪਰਮੇਸ਼ਵਰ ਤੁਹਾਡੇ ਪੱਖ ਵਿੱਚ ਖੜੇ ਹਨ When God is standing by your side, ਅਤੇ ਤੁਸੀਂ ਆਪਣੇ ਕੋਰਟ ਕੇਸ ਦੇ ਵਿੱਚ ਜਿੱਤ ਪਾਓਗੇ। then you will be having victory in your court case. ਯਿਸੂ ਮਸੀਹ ਦੇ ਨਾਮ ਦੇ In ਵਿੱਚ the name of Jesus Christ. ਤਿਆਰ ਹੋ ਜਾਈਏ। Be ready. ਤਿਆਰ ਹੋ Be ਜਾਈਏ। ready. ਤਿਆਰ ਹੋ Be ਜਾਈਏ। ready. ਪਰਮੇਸ਼ਵਰ ਤੁਹਾਨੂੰ ਬਲੈਸ ਕਰ ਰਹੇ ਹਨ। God is blessing you. ਉਸਨੇ ਆਪਣੇ ਬੰਦੇ ਨਾਲ ਵਾਅਦਾ ਕੀਤਾ For ਹੈ He has promised with His ਕਿ ਮੈਂ man ਤੁਹਾਨੂੰ ਬਰਕਤ ਤੇ ਬਰਕਤ ਦੇਵਾਂਗਾ। that I will give you blessing upon blessing. ਪਰਮੇਸ਼ਵਰ ਨੇ ਵਾਅਦਾ ਕੀਤਾ ਹੈ For God has promised. ਅਤੇ ਅੱਜ ਉਹ ਤੁਹਾਨੂੰ ਆਪਣੀ ਬਰਕਤ ਨਾਲ ਭਰ ਰਿਹਾ ਹੈ। And He's filling you with His blessing. ਆइए एक बार अपने हाथों ਨੂੰ उठाइए सब जन। Let us all raise our hands. कोई भी व्यक्ति कुर्सी के उत्ते बैठा ना रहे। No person should be sitting कोई on भी the व्यक्ति ना chair. बैठे। No person should be ਭਾਵੇਂ sitting. ਤੁਸੀਂ ਬਿਮਾਰ ਹੋ You might be sick. ਆਪਣੇ ਪੈਰਾਂ ਤੇ ਖੜੇ ਹੋਣ ਦੀ ਕੋਸ਼ਿਸ਼ ਕਰੋ। Just try to stand on your feet. ਆਪਣੇ ਗਵਾਂਢੀ ਨੂੰ ਕਹੋ ਕਿ ਮੈਨੂੰ ਖੜਾ ਕਰੋ। Tell your neighbor to make you stand. ਐਸੇ ਵੇਲੇ ਪਾਕ ਰੂਹ ਤੁਹਾਨੂੰ ਛੂ ਰਿਹਾ ਹੈ। This very moment the Holy Spirit is ਮੈਂ ਬਹੁਤ touching. ਸਾਰੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਹੰਝੂਆਂ ਨੂੰ ਵੇਖਦਾ And ਹਾਂ। I see tears in many people's ਬਹੁਤ eyes. ਸਾਰੇ ਬੰਦਿਆਂ ਨੇ ਆਪਣਾ ਮਨ ਖੁਦਾ ਦੇ ਅੱਗੇ ਡੋਲ ਦਿੱਤਾ So ਹੈ। many people have poured in their heart to the Lord. ਐਸੇ ਵੇਲੇ ਖੁਦਾ ਦਾ ਪਾਕ ਰੂਹ ਤੁਹਾਨੂੰ ਛੂ ਰਿਹਾ ਹੈ। This very moment the Holy Spirit is touching you. ਅਤੇ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਅੰਦਰ ਦੁਸ਼ਟ ਆਤਮਾ ਕੰਮ ਕਰਦੇ ਹਨ। And many people's houses the evil spirits are working. ਉਹਨਾਂ ਨੇ ਤੁਹਾਡੇ ਬੱਚਿਆਂ ਦੇ ਉੱਤੇ ਕਬਜ਼ਾ ਕੀਤਾ ਹੈ। And they have dominion over your children. ਐਸੇ ਵੇਲੇ ਯਿਸੂ ਦੇ ਨਾਂ 'ਚ ਉਸ ਕਬਜ਼ੇ ਨੂੰ ਮੈਂ ਟੁੱਟਦੇ ਹੋਏ ਵੇਖ ਰਿਹਾ ਹਾਂ। And I see that stronghold breaking. ਜਿਨ੍ਹਾਂ ਦੇ ਘਰਾਂ ਦੇ ਵਿੱਚ ਉਹਦਾ ਕਬਜ਼ਾ ਹੈ In all those houses which is a stronghold ਉਹ is. ਉੱਚੀ ਆਵਾਜ਼ ਦੇ ਨਾਲ ਬੋਲਣ ਕਿ ਯਿਸੂ ਦੇ ਨਾਂ 'ਚ ਉਸ ਕਬਜ਼ੇ ਨੂੰ ਅਸੀਂ ਤੋੜਦੇ ਹਾਂ। And with a loud voice say that we just break that stronghold. ਆਪਣੇ ਮੂੰਹ ਦੇ ਵਿੱਚ ਇਹਨਾਂ ਲਫ਼ਜ਼ਾਂ ਦਾ ਇਸਤੇਮਾਲ ਕਰੋ। Use the words of your mouth. ਕਹੀਏ ਮੈਂ ਉਸ ਕਬਜ਼ੇ ਨੂੰ ਤੋੜਦਾ ਹਾਂ। That I break that stronghold. ਮੈਂ ਯਿਸੂ ਦੇ ਨਾਂ 'ਚ ਤੋੜਦਾ ਹਾਂ। I break it in the name of Jesus. ਯਿਸੂ ਮਸੀਹ ਦੇ ਨਾਮ ਵਿੱਚ ਤੋੜਦਾ ਹਾਂ। In the name of Jesus I break it. ਅਤੇ ਉਹ ਟੁੱਟ ਰਿਹਾ ਹੈ। And it is breaking. Hallelujah.
ਲੋਕ ਜਿਹੜੇ ਆਪਣੀ ਜ਼ਿੰਦਗੀ ਤੋਂ ਬੜੇ ਨਾਰਾਜ਼ ਹਨ Some people are very much fed up from their lives. ਤੇ ਉਹਨਾਂ ਨੇ ਪਹਿਲਾਂ ਵੀ ਕਈ ਵਾਰੀ ਚਰਚ ਜੁਆਇਨ ਕੀਤਾ ਹੈ And earlier also they have joined the church. ਪਰ ਉਹਨਾਂ ਨੇ ਆਪਣਾ ਜੀਵਨ ਪ੍ਰਭੂ ਨੂੰ ਨਹੀਂ ਦਿੱਤਾ But they did not give their life to the Lord. ਤੇ ਅੱਜ ਵੀ ਉਹ ਚਰਚ ਨੂੰ ਜੁਆਇਨ ਕਰ ਰਹੇ ਹਨ Today also they have joined the church. ਤੇ ਜੇ ਤੁਸੀਂ ਖੁਦਾ ਨੂੰ ਆਪਣਾ ਜੀਵਨ ਦੇ ਦੋਗੇ If you will give your life to the Lord God, ਤੇ ਜੇ ਤੁਸੀਂ ਇਹ ਗੱਲ ਕਹੋਗੇ ਕਿ ਯੀਸ਼ੂ ਮਸੀਹ ਪਰਮੇਸ਼ਵਰ ਦੇ ਪੁੱਤਰ ਹਨ and if you say that Jesus Christ is the Son of God, ਤੇ ਜੇ ਤੁਸੀਂ ਮੰਨ ਲਓਗੇ ਕਿ ਉਹ ਮੇਰੇ ਵਾਸਤੇ ਇਸ ਦੁਨੀਆ ਤੇ ਆਏ ਹਨ and if you confess that He came for you into this world, ਤੇ ਜੇ ਤੁਸੀਂ ਅੱਜ ਇਹ ਵਾਅਦਾ ਕਰੋਗੇ ਕਿ ਯੀਸ਼ੂ ਮਸੀਹ ਮੇਰੇ ਮੁਕਤੀ ਦਾਤਾ ਪਰਮੇਸ਼ਵਰ ਹਨ and if you promise that Jesus Christ is my Savior, Lord, ਤੇ ਅੱਜ ਪਰਮੇਸ਼ਵਰ ਦਾ ਪਾਕ ਰੂਹ ਮੈਨੂੰ ਇਹ ਗੱਲ ਕਹਿ ਰਿਹਾ ਹੈ and the Spirit of the Lord is telling me ਕਿ ਉਹਨਾਂ ਦੇ ਘਰ ਜਾਣ ਤੋਂ ਪਹਿਲਾਂ ਉਹ ਆਪਣੇ ਬੰਧਨਾਂ ਨੂੰ ਟੁੱਟਦੇ ਹੋਏ ਵੇਖਣਗੇ that before they reach their home, they will see their bondages break. ਯੀਸ਼ੂ ਮਸੀਹ ਦੇ ਨਾਮ ਦੇ ਵਿੱਚ In the name of Jesus Christ. ਅਤੇ ਅੱਜ ਪਵਿੱਤਰ ਆਤਮਾ ਉਹਨਾਂ ਨੂੰ ਉਕਸਾ ਰਿਹਾ ਹੈ ਕਿ ਉਹ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਲੈਣ And the Holy Spirit is arousing them from inside that they listen to Lord. ਅਤੇ ਜੇ ਤੁਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਲੋਗੇ And if you will listen to the voice of God, ਅਤੇ ਅੱਜ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਫਤਿਹ ਨੂੰ ਪਾਓਗੇ today only you will be having your victory in the life of ਮੈਂ ਬਹੁਤ yours. ਸਾਰੇ ਲੋਕਾਂ ਨੂੰ ਦੇਖ ਰਿਹਾ ਜਿਹੜੇ ਬੜੇ ਸੀਰੀਅਸ ਹਨ And I see many people who are too very serious, ਅਤੇ ਜਿਨ੍ਹਾਂ ਨੂੰ ਉਠਾ ਕੇ ਲਿਆਂਦਾ ਗਿਆ that who have been hauled and brought over here. ਅਤੇ ਭਾਵੇਂ ਡਾਕਟਰ ਦੀਆਂ ਰਿਪੋਰਟਾਂ ਕੁਝ ਵੀ ਕਹਿੰਦੀਆਂ ਹੋਣ Whatsoever the diagnosis and doctor's reports might be, ਹੋ ਸਕਦਾ ਡਾਕਟਰ ਨੇ ਤੁਹਾਨੂੰ ਕਿਹਾ ਹੋਵੇ ਕਿ ਤੁਸੀਂ ਠੀਕ ਨਹੀਂ ਹੋ ਸਕਦੇ doctors might have diagnosed you that you cannot go well. ਹੋ ਸਕਦਾ ਡਾਕਟਰ ਦੀ ਦਵਾਈ ਤੁਹਾਡੇ ਤੇ ਅਸਰ ਨਾ ਕਰਦੀ ਹੋਵੇ Might be the medicine of the doctor might be working upon your flesh. ਪਰ ਯੀਸ਼ੂ ਮਸੀਹ ਦਾ ਲਹੂ But the blood of Jesus ਅੱਜ ਸਾਨੂੰ ਚੰਗੇ ਕਰ ਰਿਹਾ ਹੈ is healing you today. ਮਰਨ ਵਾਲੇ ਲੋਕੀ ਜੀਵਨ ਪਾ ਰਹੇ ਹਨ And the one who are about to die getting life. ਯੀਸ਼ੂ ਮਸੀਹ ਦੇ ਨਾਮ ਵਿੱਚ In the name of Jesus ਕਿਉਂਕਿ Christ. ਬਾਈਬਲ ਦੇ ਵਿੱਚ ਲਿਖਿਆ ਹੈ For it is written in the Bible. ਯੀਸ਼ੂ ਮਸੀਹ ਨੇ ਕਿਹਾ ਮੈਂ ਮਰਿਆ Jesus Christ said, I died ਤਾਂ ਕਿ ਤੁਸੀਂ ਚੌਖਾ ਜੀਵਨ ਪਾਓ so that you have abundant life. ਅਤੇ ਅੱਜ ਤੁਹਾਨੂੰ ਚੌਖਾ ਜੀਵਨ ਮਿਲ ਰਿਹਾ ਹੈ And you are having an abundant life ਉੱਚੀ today. ਆਵਾਜ਼ ਦੇ ਵਿੱਚ ਬੋਲੀਏ ਤੇ ਕਹੀਏ ਯੀਸ਼ੂ ਮਸੀਹ ਦੇ ਨਾਮ 'ਚ ਮੈਂ ਚੌਖਾ ਜੀਵਨ ਪਾਉਂਦਾ ਹਾਂ With a loud voice say, I receive the abundant life. ਉੱਚੀ ਆਵਾਜ਼ ਦੇ ਵਿੱਚ ਬੋਲੀਏ Speak loudly. ਸਾਰੇ ਪ੍ਰਾਰਥਨਾ ਕਰੀਏ ਤੇ ਬੋਲੀਏ Everyone pray and say, ਸ਼ੈਤਾਨ ਜਿਹੜਾ ਤੁਹਾਨੂੰ ਮਾਰਨਾ ਚਾਹੁੰਦਾ ਹੈ the Satan who wants to kill ਸਾਡੇ you ਬੱਚਿਆਂ ਦੇ ਦੁਆਰਾ by your children, ਸਾਡੀਆਂ ਬਿਮਾਰੀਆਂ ਦੇ ਦੁਆਰਾ by your diseases, ਸਾਡੇ ਘਰਾਂ ਦੇ ਦੁਆਰਾ by your houses. ਸਾਨੂੰ ਖਤਮ ਕਰਨਾ He ਚਾਹੁੰਦਾ ਹੈ wants to finish you. ਅੱਜ ਉਹ ਹਾਰ ਚੁੱਕਾ ਹੈ He is defeated ਤੁਸੀਂ today. ਜਿੱਤ ਪਾ ਲਈ ਹੈ You are victorious. ਉੱਚੀ ਆਵਾਜ਼ ਦੇ ਵਿੱਚ ਬੋਲੀਏ ਤੇ ਪ੍ਰਾਰਥਨਾ ਕਰੀਏ Say with a loud voice and ਮੈਂ pray. ਯੀਸ਼ੂ ਮਸੀਹ ਦੇ ਨਾਮ 'ਚ ਫਤਿਹ ਪਾਈ ਹੈ And I have victory in the name of Jesus. ਮੈਂ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੇ ਵਿੱਚੋਂ ਹੰਝੂਆਂ ਨੂੰ ਵੇਖਦਾ And I ਹਾਂ see tears in many people's eyes. ਪਰਮੇਸ਼ਰ ਤੁਹਾਡੇ ਹੰਝੂਆਂ ਨੂੰ ਪੂੰਝ ਰਹੇ ਹਨ God is wiping your tears. ਦੁਸ਼ਟ ਦੇ ਕਬਜ਼ੇ ਟੁੱਟ ਰਹੇ ਹਨ And the bondages of the Satan are breaking. ਜਿਹੜੇ ਲੋਕਾਂ ਨੂੰ ਸ਼ੈਤਾਨ ਦੀਆਂ ਤਾਕਤਾਂ ਤੰਗ ਕਰਦੀਆਂ ਨੇ And all those people who are tormented by the satanic powers. ਤੇ ਜਿਨ੍ਹਾਂ ਲੋਕਾਂ ਨੂੰ ਵੈਰੀ ਦੀਆਂ ਤਾਕਤਾਂ ਸਤਾਉਂਦੀਆਂ ਨੇ And all those people who are being tormented and disturbed by ਤੇ the ਅਗਰ ਕਿਸੇ ਵੀ evil. ਤਾਕਤ ਨੇ ਕਿਸੇ ਵੀ ਸਰੀਰ ਨੂੰ ਜਕੜਿਆ ਹੋਇਆ ਹੈ If any power of the evil has ਅਸੀਂ a ਯਿਸੂ dominion, ਮਸੀਹ ਦੇ ਨਾਮ ਦੇ ਵਿੱਚ ਪ੍ਰਾਰਥਨਾ ਕਰਦੇ we ਹਾਂ pray in the name of Jesus ਬਾਈਬਲ ਦੇ Christ. ਵਿੱਚ ਇਸ ਤਰ੍ਹਾਂ ਲਿਖਿਆ ਕਿ ਤੁਸੀਂ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢੋਗੇ For the Bible gives us the authority that you will drive out the demons in my ਅਸੀਂ name. ਯਿਸੂ ਮਸੀਹ ਦੇ ਨਾਮ 'ਚ ਹਰੇਕ ਤਾਕਤ ਨੂੰ ਇਸ ਵੇਲੇ ਹੁਕਮ ਦਿੰਦੇ ਹਾਂ ਕਿ ਯਿਸੂ ਦੇ ਨਾਮ 'ਚ ਟੁੱਟ ਜਾ We command to all the evil that break now. ਕੋਈ ਵੀ ਸਰੀਰ ਦੇ ਤੇ ਤੇਰਾ ਤਾਕਤ ਕੰਮ ਨਾ ਕਰੇ Let no flesh and your power should come upon. ਹਰੇਕ ਸਰੀਰਾਂ ਨੂੰ ਛੱਡੋ ਤੇ ਯਿਸੂ ਦੇ ਨਾਮ 'ਚ ਉਖੜ ਜਾਓ Leave all the bodies and uproot now. ਅਸੀਂ ਯਿਸੂ ਦੇ ਨਾਮ 'ਚ ਰੂਹ ਦੀ ਅੱਗ ਨੂੰ ਮੰਗਦੇ ਹਾਂ We ask for the spirit of fire in the name of Jesus ਅਤੇ Christ. ਰੂਹ ਦੀ ਅੱਗ ਨੂੰ ਉਹਨਾਂ ਦੇ ਉੱਤੇ ਸੁੱਟ ਦਿੰਦੇ ਹਾਂ And we just make the fire of the spirit fall upon ਉਸ them. ਅੱਗ ਦੇ ਵਿੱਚ ਜਲਾਏ ਜਾਣ Be burnt in that ਅਤੇ fire ਡਿਸਟਰਾਏ ਹੋ ਜਾਣ and be destroyed and perish. ਛੱਡੋ ਇਹਨਾਂ ਚੀਜ਼ਾਂ ਨੂੰ Leave these bodies. ਛੱਡੋ Leave. ਛੱਡੋ Leave. ਉਖੜੋ Uproot. ਉਖੜੋ Uproot. ਉਖੜੋ Uproot. ਉਖੜੋ Uproot. ਯਿਸੂ ਦੇ ਨਾਮ ਵਿੱਚ In the name of Jesus Christ. ਸਰੀਰਾਂ ਨੂੰ ਛੱਡੋ Leave these bodies. ਛੱਡੋ Leave. Go. ਪਾਖਰੂ ਸ਼ੂਰਿਆ Holy Spirit touch.
ਛੂ ਰਿਹਾ ਹੈ ਉਸ ਦਾ ਨੂਰ ਆ ਰਿਹਾ ਸਿੰਘਾਸਨ ਦੇ ਉੱਤੋਂ From the throne is coming His glow. ਉਸ ਦੀ ਲਾਈਟ ਆ ਰਹੀ ਹੈ The light from the throne is ਕਿਉਂਕਿ coming. ਉਹ ਚਾਨਣ ਹੈ For He is the light. ਛੂ ਰਿਹਾ ਹੈ ਉਹ He is touching. ਤੇ ਬੰਧਨ ਟੁੱਟ ਰਹੇ ਹਨ And the bondages are breaking. ਬੰਧਨ ਟੁੱਟ ਰਹੇ ਹਨ Bondages are breaking. ਹਰੇਕ ਪੁਰਾਣੇ ਤੋਂ ਪੁਰਾਣੇ ਕਬਜ਼ੇ ਨੂੰ ਅਸੀਂ ਯਿਸੂ ਦੇ ਨਾਂ 'ਚ ਟੁੱਟ ਜਾਣ ਦਾ ਹੁਕਮ ਦਿੰਦੇ ਹਾਂ The oldest to oldest stronghold we command it to break. ਹਰੇਕ ਪਰਸਨ ਜਿਹੜਾ ਹੈ ਆਜ਼ਾਦ ਕੀਤਾ ਜਾਏ Let every person be delivered. ਆइए कुछ समय लिए चुप कर जाइए Kindly let us all be silent चुप कर जाइए and be still. ਅੱਖਾਂ ਨੂੰ ਬੰਦ ਰੱਖੀਏ Keep your eyes closed ਉਸ ਦੀ ਹਜ਼ੂਰੀ ਨੂੰ ਮਹਿਸੂਸ ਕਰੀਏ and feel His presence. ਤੇ ਉਹ ਛੂ ਰਿਹਾ ਹੈ He's touching you. ਮਰ ਰਹੇ ਬੰਦਿਆਂ ਨੂੰ ਜੀਵਨ ਦੇ ਰਿਹਾ ਹੈ He's giving life to the ones who are dying. ਅਤੇ ਜਿਨ੍ਹਾਂ ਲੋਕਾਂ ਦੇ ਸਰੀਰ ਦੇ ਅੰਗ ਖਰਾਬ ਹੋ ਚੁੱਕੇ ਹਨ And all the organs of those people who have got damaged. ਅੱਜ ਯਿਸੂ ਦੇ ਨਾਂ 'ਚ ਇਸ ਧਰਤੀ ਤੇ ਉਹ ਨਵੇਂ ਬਣ ਰਹੇ ਹਨ In the name of Jesus Christ, they are becoming new on this earth. ਯਿਸੂ ਦੀ ਮਹਿਮਾ ਕਰਨ ਦੀ ਤਿਆਰੀ ਕਰੋ Start to glorify the Jesus. ਯਿਸੂ ਮਸੀਹ ਦੀ ਮਹਿਮਾ ਕਰਨ ਦੀ ਤਿਆਰੀ ਕਰੋ Be ready to glorify Jesus. ਕਿਉਂਕਿ ਉਹ ਮਹਿਮਾ ਦੇ ਯੋਗ ਪਰਮੇਸ਼ਵਰ ਹੈ For He is worthy of all glory. ਆइए अपने हाथों ਨੂੰ ਉਠਾइए And raise your hands और चुप रहिए and be still. उसकी presence है थी There is the presence of His Lord and His touch. His touch. His touch. His touch. पवित्र आत्मा जी Holy Spirit. पवित्र आत्मा जी Holy Spirit. His touch. His touch. ताली मत बजाइए His touch. हाँ
जो लोग बीमार सन वो बिच घूम फिर के देखना शुरू करो। All those who are sick, kindly walk around and see. जे ਤੁਹਾਡੀਆਂ ਬਾਹਾਂ ਲੱਤਾਂ गर्दन गोटे गिट्टे काम नहीं करते सी चेक करो। Kindly check all your parts of your joints and everything. इसे जगह पे मूव करो जल्दी जल्दी क्योंकि तुसी चंगे हो गए हो। And move around this place and check yourself if you have जे been ਤੁਹਾਡੇ ਲੱਕ ਦੀ ਸਮੱਸਿਆ ਸੀ ਆਪਣੇ ਪੈਰਾਂ ਨੂੰ ਹੱਥ ਲਾ ਕੇ ਚੈੱਕ ਕਰੋ। And if you have a problem in your waist, just touch your ਜੇ ਤੁਹਾਡੇ ਸਿਰ ਤੇ ਭਾਰ ਸੀਗਾ ਤੇ ਦੇਖੋ ਤੁਸੀਂ ਸ਼ੂ ਲੈ ਗਏ ਆ। And if you have the burden on your head, just check up yourself. ਪਵਿੱਤਰ ਆਤਮਾ ਨੇ ਤੁਹਾਡੇ ਭਾਰ ਨੂੰ ਦੂਰ ਕਰ ਦਿੱਤਾ ਹੈ। Holy Spirit has just taken away your burden. ਅਤੇ ਜੇ ਤੁਹਾਡੇ ਦਿਲ ਦੇ ਵਿੱਚ ਬੜਾ ਕਾਲਾਪਨ ਸੀ ਪਰਮੇਸ਼ਵਰ ਨੇ ਉਸ ਨੂੰ ਸਥਿਰਤਾ ਦੇ ਵਿੱਚ ਕੀਤਾ ਹੈ। And if there was in your heart a strong pounding, then ਤੇ Holy ਜਿਹੜੇ Spirit, ਬਹੁਤ ਜ਼ਿਆਦਾ ਮਰੀਜ਼ ਲੰਮੇ ਪਾਏ ਉਹਨਾਂ ਨੂੰ ਉਠਾ ਲਓ ਤੇ ਕੋਸ਼ਿਸ਼ ਕਰੋ ਤੁਰਨ। and make those patients walk around, all those who were put on the floor, ਅਤੇ ਇਹਨਾਂ ਨੂੰ ਕਹੋ ਕਿ ਯਿਸੂ ਮਸੀਹ ਨੇ ਤੁਹਾਨੂੰ ਹੀਲ ਕਰ ਦਿੱਤਾ ਹੈ। and tell them Jesus Christ has healed you. ਉਹਨਾਂ ਦੇ ਕੰਨਾਂ ਦੇ ਵਿੱਚ ਦੱਸੋ ਕਿ ਤੁਸੀਂ ਚੰਗੇ ਕੀਤੇ ਗਏ ਆ। Talk into their ears that you have been healed. ਅਤੇ ਇਹਨਾਂ ਨੂੰ ਕਹੋ ਚੱਲੋ ਕਿ ਯਿਸੂ ਦੇ ਨਾਮ ਵਿੱਚ ਅੱਗੇ ਵਧੋ And tell them walk in the name of Jesus Christ and go forward. ਕਿਉਂਕਿ ਇਸ ਦਾ ਰਾਜ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਬਹਾਲ ਹੋ ਚੁੱਕਾ ਹੈ। For His kingdom has been established in our lives. ਅਸੀਂ ਉਹ ਸਾਰੇ ਬਦਰੂਹਾਂ ਨੂੰ ਜਿਹੜੇ ਇਹਨਾਂ ਜ਼ਿੰਦਗੀਆਂ ਦੇ ਉੱਤੇ ਕੰਮ ਕਰਦੇ ਸਨ, All those evil spirits that were working in their lives, ਅਸੀਂ ਇਹਨਾਂ ਨੂੰ ਹੁਕਮ ਦਿੰਦੇ ਹਾਂ ਕਿ ਸੁੱਕੀਆਂ ਥਾਵਾਂ ਵਿੱਚ ਚਲੇ ਜਾਓ। we command them to go into the ਸੁੱਕੀਆਂ wilderness. ਥਾਵਾਂ ਵਿੱਚ ਚਲੇ ਜਾਓ। Go into the wilderness. ਛੱਡਿਓ। Leave. ਅਸੀਂ ਤੁਹਾਡੇ ਕਬਜ਼ੇ ਨੂੰ ਰੱਦ ਕਰਦੇ ਹਾਂ We just cancel all your strongholds. ਯਿਸੂ ਮਸੀਹ ਦੇ ਨਾਮ ਵਿੱਚ। In the name of Jesus Christ. ਜੇ ਤੁਹਾਡੇ ਪੇਟ ਦੇ ਵਿੱਚ ਸਮੱਸਿਆ ਸੀ ਉਸ ਨੂੰ ਚੈੱਕ ਕਰੋ। If you had a problem in your stomach, just check yours. ਕੰਨਾਂ ਦੇ ਵਿੱਚ ਸਮੱਸਿਆ ਸੀ ਉਹਨਾਂ ਨੂੰ ਚੈੱਕ ਕਰੋ। Problem in your ear, just check your ears. ਅੱਖਾਂ ਦੇ ਵਿੱਚ ਸੀ ਚੈੱਕ ਕਰੋ। Check your eyes if you had a problem. ਨੱਕ ਦੇ ਵਿੱਚ ਸੀ ਚੈੱਕ ਕਰੋ। If you had a problem in your nose, just check your nose. ਤੁਸੀਂ ਚੰਗੇ ਕੀਤੇ ਗਏ ਆ। For you have been healed. ਆਪਣੇ ਆਪ ਨੂੰ ਜਾਂਚੋ ਪਰਖੋ ਤੇ ਪਰਮੇਸ਼ਵਰ ਦੀ ਵਡਿਆਈ ਕਰੋ Check yourself and glorify the Lord God. ਅਤੇ ਇਸ ਨੂੰ ਕਹੋ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ। And tell unto Him, O Lord, we thank ਪ੍ਰਭੂ you. ਯਿਸੂ ਮਸੀਹ ਤੁਹਾਡਾ ਧੰਨਵਾਦ। We thank you, Jesus Christ. ਤੁਸੀਂ ਮੈਨੂੰ ਹੀਲ ਕਰ ਦਿੱਤਾ ਹੈ। For you have healed. ਤੁਸੀਂ ਮੈਨੂੰ ਚੰਗੇ ਕਰ ਦਿੱਤਾ ਹੈ। And you have healed me. ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਪ੍ਰਭੂ ਜੀ। And I thank you. ਪ੍ਰਭੂ ਯਿਸੂ ਮਸੀਹ ਧੰਨਵਾਦ। Oh Lord Jesus, I thank you. ਪ੍ਰਭੂ ਯਿਸੂ ਮਸੀਹ ਧੰਨਵਾਦ। Oh Lord Jesus, I thank you. ਜਿੱਥੇ ਵੀ ਤੁਹਾਡੇ ਬਿਮਾਰੀ ਹੈ ਇੱਕ ਵਾਰ ਫਿਰ ਹੱਥ ਰੱਖੀ ਉੱਥੇ। Wheresoever you have sickness in your body, just keep ਜਿੱਥੇ your ਵੀ hands. ਬਿਮਾਰੀ ਹੈ ਹੱਥ ਰੱਖੇ। Wheresoever I have sickness, lay your hands. ਅਤੇ ਜੇ ਤੁਹਾਡੀ ਕੋਈ ਹੋਰ ਸਮੱਸਿਆ ਹੈ ਉਸ ਨੂੰ ਮੂੰਹ ਦੇ ਨਾਲ ਮਨ ਦੇ ਨਾਲ ਬੋਲੀਏ And if you have some other problem, just speak it with your mouth. ਤੇ ਕਹੀਏ ਯਿਸੂ ਮਸੀਹ ਮੈਂ ਵਿਸ਼ਵਾਸ ਕਰਦਾ ਹਾਂ For I believe Jesus Christ. ਅਤੇ ਯਿਸੂ ਮਸੀਹ ਦੇ ਨਾਂ 'ਚ ਅੱਜ ਇਹ ਬਿਮਾਰੀ ਦਾ ਖਾਤਮਾ ਹੋ ਚੁੱਕਾ ਹੈ। And in the name of Jesus, this disease has been finished. ਯਿਸੂ ਮਸੀਹ ਦੇ ਨਾਂ 'ਚ ਬਿਮਾਰੀ ਰੱਦ ਕੀਤੀ ਗਈ ਹੈ। And in the name of Jesus, this sickness has been ਮੇਰੀ cancelled. ਮੁਸੀਬਤ ਰੱਦ ਕੀਤੀ ਗਈ ਹੈ। My sickness has been ਪ੍ਰਭੂ cancelled. ਯਿਸੂ ਮਸੀਹ ਧੰਨਵਾਦ ਇਹ ਤੋਂ ਨਿਜਾਤ ਦੇਣ ਵਾਸਤੇ। Oh, thank you, Jesus, for delivering me ਆਪਣੀ from this. ਬਿਮਾਰੀ ਦਾ ਨਾਂ ਲਈਏ ਤੇ ਕਹੀਏ ਪ੍ਰਭੂ ਯਿਸੂ ਮਸੀਹ ਧੰਨਵਾਦ ਇਹ ਤੋਂ ਸਾਨੂੰ ਚੰਗਾ ਕਰਨ ਵਾਸਤੇ। Take the name of your sickness and thank Jesus for delivering you. ਅਤੇ ਬੋਲੋ ਮੈਂ ਵਿਸ਼ਵਾਸ ਕਰਦਾ ਹਾਂ Tell I believe ਮੈਂ ਤੋਂ ਫਤਿਹ ਪਾਈ ਹੈ that I have had the victory. ਯਿਸੂ ਮਸੀਹ ਦੇ ਨਾਮ ਵਿੱਚ। In the name of ਉੱਚੀ Jesus. ਆਵਾਜ਼ ਦੇ ਵਿੱਚ ਬੋਲੀਏ ਆਮੇਨ। Amen. ਉੱਚੀ ਆਵਾਜ਼ ਦੇ ਵਿੱਚ ਬੋਲੀਏ ਆਮੇਨ। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 018 22 516 777।